ਜੀ ਦੋਸਤੋ, ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਦੀ 30ਵੀਂ ਲੜੀ ਦੇ ਵਿੱਚ ਅੱਜ ਆਪਾਂ ਇਕੱਠੇ ਹੋ ਰਹੇ ਹਾਂ। ਇਹ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਹੁੰਦਾ ਹੈ ਜਦੋਂ ਅਸੀਂ ਇਸ ਸੰਕਟ ਕਾਲ ਤੇ ਅਸੀਂ ਦੀ ਇਸ ਲੜੀ ਦੇ ਵਿੱਚ ਸ਼ਾਇਰੀ ਦੇ ਰੰਗਾਂ ਨੂੰ ਮਾਣਦੇ ਹਾਂ। ਬਾਕੀ ਦਿਨਾਂ ਦੇ ਵਿੱਚ ਅਸੀਂ ਸਾਰੇ ਪ੍ਰੋਗਰਾਮ ਚਿੰਤਨ ਦੇ ਕਰਦੇ ਹਾਂ, ਪਰ ਹਫ਼ਤੇ ਦੇ ਅਖੀਰਲੇ ਦਿਨ ਐਤਵਾਰ ਨੂੰ ਸੰਕਟ ਕਾਲ ਦੇ ਦੌਰਾਨ ਸ਼ਾਇਰੀ ਦੇ ਜੋ ਰੰਗ ਨੇ ਉਹਨਾਂ ਨੂੰ ਮਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਮੈਂ ਕ੍ਰਿਸ਼ਨ ਭਨੋਟ ਹੋਰਾਂ ਦੇ ਇੱਕ ਸ਼ੇਅਰ ਨਾਲ ਆਪਣੀ ਗੱਲ ਦਾ ਆਗਾਜ਼ ਕਰ ਰਿਹਾ। ਉਹ ਲਿਖਦੇ ਨੇ ਕਿ ਪਛਾਣੇ ਕੌਣ ਚਿੰਤਕ ਨੂੰ ਕਿਸੇ ਦਾਨੇ ਬਿਨਾ, ਅਧੂਰਾ ਹੈ ਗੁਰੂ ਨਾਨਕ ਵੀ ਮਰਦਾਨੇ ਬਿਨਾ। ਬਣਾਉਂਦਾ ਅਕਲ ਵਾਲਾ ਆਪਣਾ ਮੱਥਾ ਕਦੋਂ, ਕਿ ਪਰਬਤ ਚੀਰਦਾ ਹੈ ਕੌਣ ਦੀਵਾਨੇ ਬਿਨਾ। ਸਰੋਤੇ ਹਾਂ ਜਾਂ ਪਾਠੀ ਹਾਂ, ਨਹੀਂ ਪਾਠਕ ਅਸੀਂ, ਤੇ ਸੁਣਦੇ ਕੁਝ ਨਹੀਂ ਹਾਂ ਹੋਰ ਅਫਸਾਨੇ ਬਿਨਾ। ਬਿਨਾ ਪਾਠਕ ਦੇ ਪੁਸਤਕ ਦਾ ਨਾ ਕੌਡੀ ਮੁਲਵੀ, ਸ਼ਮਾ ਦੀ ਕਦਰ ਕੀ ਪੈਣੀ ਹੈ ਪਰਵਾਨੇ ਬਿਨਾ। ਬਿਨਾ ਬੰਦਿਸ਼ ਗਜ਼ਲ ਦਾ ਹਾਲ ਹੁੰਦਾ ਹੈ ਇਸ ਤਰ੍ਹਾਂ, ਕਿ ਢਿੱਲੀ ਚੂਲ ਰਹਿ ਜਾਵੇ ਜਿਵੇਂ ਫਾਨੇ ਬਿਨਾ, ਕਿ ਢਿੱਲੀ ਚੂਲ ਰਹਿ ਜਾਵੇ ਜਿਵੇਂ ਫਾਨੇ ਬਿਨਾ। ਤੋ ਦੋਸਤੋ, ਕਵਿਤਾ ਤੇ ਗਜ਼ਲ ਨਸਮ ਅੱਜ ਬਹੁਤ ਸਾਰੇ ਰੰਗ ਹੋਣਗੇ ਅੱਜ ਦੀ ਮਹਿਫਿਲ ਦੇ ਵਿੱਚ। ਤੇ ਸਾਡੇ ਨਾਲ ਨੇ ਅੱਜ 8 ਸ਼ਾਇਰ, ਜਿਨ੍ਹਾਂ ਦੇ ਵਿੱਚੋਂ ਬਰਜਿੰਦਰ ਚੌਹਾਨ ਜੀ, ਉਹਨਾਂ ਤੋਂ ਬਾਅਦ ਮੈਡਮ ਪਰਮਜੀਤ ਦਿਓਲ ਜੀ, ਕੇਰ ਸ਼ਰੀਫ ਜੀ ਜਰਮਨੀ ਤੋਂ, ਪਰਮਜੀਤ ਦਿਓਲ ਮੈਡਮ ਕੈਨੇਡਾ ਤੋਂ ਨੇ, ਬਰਜਿੰਦਰ ਚੌਹਾਨ ਸਾਹਿਬ ਦਿੱਲੀ ਤੋਂ ਨੇ, ਤੇ ਉਸ ਤੋਂ ਬਾਅਦ ਤਰਸਪਾਲ ਮੈਡਮ ਬਰਨਾਲੇ ਤੋਂ ਨੇ, ਤੇ ਸਤੀਸ਼ ਗੁਲਾਟੀ ਜੀ ਲੁਧਿਆਣੇ ਤੋਂ ਤੇ ਕੈਨੇਡਾ ਤੋਂ, ਦੋਹਾਂ ਦੇ ਸਾਂਝੇ ਨੇ। ਡਾਕਟਰ ਵਨੀਤਾ ਮੈਮ ਦਿੱਲੀ ਤੋਂ ਨੇ, ਤੇ ਕ੍ਰਿਸ਼ਨ ਭਨੋਟ ਜੀ ਕੈਨੇਡਾ ਤੋਂ ਨੇ, ਤੇ ਲਾਸਟ ਦੇ ਵਿੱਚ ਦਰਸ਼ਨ ਬੁੱਟਰ ਹੋਰੀ ਜੋ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਵੀ ਨੇ, ਨਾਭੇ ਤੋਂ ਨੇ। ਸੋ ਇਹ 8 ਸ਼ਾਇਰਾਂ ਦੇ ਰੰਗਾਂ ਨੂੰ ਅਸੀਂ ਮਾਣਾਂਗੇ, ਇਹਨਾਂ ਬਾਰੇ ਵੀ ਆਪਾਂ ਗੱਲਾਂ ਕਰਾਂਗੇ ਤੇ ਇਹਨਾਂ ਤੋਂ ਆਪਾਂ ਬਹੁਤ ਕੁਝ ਸੁਣਾਂਗੇ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਤੇ ਸਾਡੇ ਸਕੱਤਰ ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਸੰਕਟ ਕਾਲ ਤੇ ਅਸੀਂ ਦੇ ਇਹ 30 ਪ੍ਰੋਗਰਾਮ ਕਰਾ ਸਕੇ ਹਾਂ, ਤੇ ਇਹ ਲੜੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਫੂਰ ਚੱਲਣੀ ਹੈ। ਸੋ ਸਵਾਗਤ ਕਰਨ ਲਈ ਆ ਰਹੇ ਨੇ ਡਾਕਟਰ ਸਰਬਜੀਤ ਕੌਰ ਸੋਹਲ ਜੀ। ਜੀ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਜੀ ਮੈਮ। ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੋਂ ਅੱਜ ਸੰਕਟ ਕਾਲ ਅਤੇ ਸਾਹਿਤ ਲੜੀ ਤਹਿਤ 30ਵਾਂ ਪ੍ਰੋਗਰਾਮ ਜਿਹੜਾ ਅਸੀਂ ਅੱਜ ਕਰਨ ਜਾ ਰਹੇ ਹਾਂ। ਬਹੁਤ ਵਧੀਆ ਹੈ ਇਹ ਗੱਲ, ਕਿਉਂਕਿ ਜ਼ਿੰਦਗੀ ਬੜੀ ਉਦਾਸ ਹੈ, ਬੜੀ ਡੋਬ 'ਚ ਜਾ ਰਹੀ ਹੈ, ਬਹੁਤ ਢੱਠੀ ਹੋਈ ਹੈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਗੱਲ ਵੀ ਕਰਨੀ ਚਾਹੀਦੀ ਹੈ। ਅੱਜ ਕਿਸੇ ਬਹੁਤ ਬਜ਼ੁਰਗ ਨੇ, 80 ਸਾਲ ਦੇ ਬਜ਼ੁਰਗ ਨੇ ਸੁਸਾਈਡ ਕਰ ਲਿਆ, ਜਿਹੜਾ ਕਿ ਬਹੁਤ ਵਧੀਆ ਕਾਇਮ ਬੰਦਾ ਸੀ। ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਕਿਸੇ ਨੇ, ਲੜਕੇ ਨੇ ਗੋਲੀ ਮਾਰ ਲਈ ਆਪਣੇ ਆਪ ਨੂੰ, ਉਹ ਵੀ ਯੰਗ ਸੀ। ਸੋ ਇਹ ਕਰੋਨਾ ਟਾਈਮ ਜਿਹੜਾ ਹੈ, ਇਹ ਸੰਕਟ ਦਾ ਟਾਈਮ ਇਸ ਵੇਲੇ ਤਾਂ ਹੈ ਹੀ ਆ ਕਿ ਸਾਨੂੰ ਆਪਣੀ ਜਾਨ ਤੇ ਰੋਟੀ ਦਾ ਫਿਕਰ ਆ, ਸਭ ਨੂੰ ਹੀ ਆ। ਪਰ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਜਦੋਂ ਬੇਰੁਜ਼ਗਾਰੀ ਬਹੁਤ ਹੋਊਗੀ, ਜਦੋਂ ਲੋਕਾਂ ਕੋਲੇ ਚਿੰਤਾਵਾਂ ਬਹੁਤ ਹੋਣਗੀਆਂ, ਜਦੋਂ ਅਸੀਂ ਜਿਹੜੇ ਆ ਭੱਜੇ ਟੁੱਟੇ, ਔਰ ਸਾਡੇ ਦੇਸ਼ ਤੇ ਵੀ ਸੰਕਟ ਨੇ, ਸਮਾਜ ਦੇ ਵੀ ਸੰਕਟ ਨੇ। ਜਦੋਂ ਅੰਮ੍ਰਿਤਸਰ ਔਰ ਇੱਧਰ ਏਰੀਏ ਦੇ ਵਿੱਚ ਮੇਰਾ ਖਿਆਲ 300 ਤੋਂ ਜ਼ਿਆਦਾ ਲੋਕ ਸਿਰਫ ਸ਼ਰਾਬ ਨਾਲ ਹੀ ਜਿਨ੍ਹਾਂ ਦੀ ਮੌਤ ਹੋ ਗਈ ਆ। ਸੋ ਇਹ ਸਮੇਂ ਦੇ ਵਿੱਚ ਜੇਕਰ ਅਸੀਂ ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੋਂ ਕੈਨੇਡਾ ਤੋਂ ਲੈ ਕੇ, ਨਾਭੇ ਤੋਂ ਲੈ ਕੇ, ਦਿੱਲੀ ਤੋਂ ਲੈ ਕੇ, ਜਲੰਧਰ, ਲੁਧਿਆਣਾ ਔਰ ਦੀਪ ਸਾਹਿਬ ਪਟਿਆਲੇ ਨੇ, ਮੈਂ ਮੋਹਾਲੀ ਹਾਂ, ਜੇ ਅਸੀਂ ਇਹ ਖਿੜਕੀ ਰਾਹੀਂ ਕੁਝ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸ਼ਾਇਦ ਅਸੀਂ ਕੁਝ ਨਾ ਕੁਝ ਚੰਗਾ ਕਰ ਰਹੇ ਹਾਂ। ਸੋ ਇਸ ਖਿੜਕੀ ਰਾਹੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਨਿੱਘਾ ਸਵਾਗਤ ਕਰਦੀ ਹਾਂ ਦਰਸ਼ਨ ਬੁੱਟਰ ਜੀ ਦਾ, ਪ੍ਰਧਾਨ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ, ਡਾਕਟਰ ਵਨੀਤਾ ਜੀ ਕਨਵੀਨਰ ਨੇ, ਬਹੁਤ ਅੱਛੀ ਸ਼ਾਇਰਾ ਨੇ, ਬੜੇ ਮੁਹੱਬਤੀ ਇਨਸਾਨ ਨੇ। ਕ੍ਰਿਸ਼ਨ ਭਨੋਟ ਜੀ, ਇਹਨਾਂ ਦੇ ਸ਼ੇਰ ਬਹੁਤ ਹੀ ਜ਼ਬਰਦਸਤ ਹੁੰਦੇ ਨੇ। ਬਰਜਿੰਦਰ ਚੌਹਾਨ। ਸੋ ਅੱਜ ਪਰਮਜੀਤ ਦਿਓਲ ਜੀ ਬਹੁਤ ਖੁਸ਼ ਤਬੀਅਤ ਲੱਗਦੇ ਨੇ ਮੈਨੂੰ, ਵੈਸੇ ਅਸੀਂ ਆਮਣੇ ਸਾਹਮਣੇ ਮੋਬਾਈਲ ਤੇ ਹੀ ਮਿਲੇ ਹਾਂ। ਸਤੀਸ਼ ਗੁਲਾਟੀ ਜੀ, ਕੇਹਰ ਸ਼ਰੀਫ ਜੀ ਔਰ ਤਰਸਪਾਲ ਕੌਰ।
ਜੀ ਤੁਹਾਡਾ ਸਾਰਿਆਂ ਦਾ ਇਸ ਮੰਚ ਤੋਂ ਬਹੁਤ-ਬਹੁਤ ਸਵਾਗਤ। ਜ਼ਿਆਦਾ ਮੈਂ ਕੁਝ ਨਹੀਂ ਕਹਿੰਦੀ, ਸਿਰਫ ਅਸੀਂ ਤੁਹਾਨੂੰ ਸੁਣਨਾ ਹੈ। ਸੋ ਮੁਹੱਬਤੀ ਮਿੱਤਰਾਂ ਨੂੰ ਗੁਜ਼ਾਰਿਸ਼ ਹੈ ਕਿ ਅੱਜ ਜਿਹੜਾ ਇਹ ਸਮਾਂ ਹੈ ਇਸ ਨੂੰ ਅਸੀਂ ਸਰਸ਼ਾਰ ਕਰੀਏ, ਇਸ ਆਨੰਦ ਨੂੰ, ਕਵਿਤਾ ਦੇ ਆਨੰਦ ਨੂੰ ਮਾਣੀਏ। ਸੋ ਬਹੁਤ-ਬਹੁਤ ਸਵਾਗਤ। ਜੀ ਮੈਮ, ਬਹੁਤ-ਬਹੁਤ ਧੰਨਵਾਦ ਸੋਲ ਮੈਮ। ਤੇ ਆਓ ਆਪਾਂ ਸ਼ਾਇਰੀ ਦੇ ਰੰਗ ਦੇ ਵਿੱਚ ਰੰਗਦੇ ਹਾਂ। ਬਸ ਇੱਕੋ ਹੀ ਬੇਨਤੀ ਹੈ ਸਾਡੇ ਸ਼ਾਇਰਾਂ ਨੂੰ ਕਿ ਅਸੀਂ ਸਾਰੇ ਤੁਹਾਨੂੰ ਮਾਣਾਂਗੇ। 5 ਤੋਂ ਲੈ ਕੇ 6 ਮਿੰਟ ਦੇ ਵਿੱਚ ਤੁਸੀਂ ਆਪਣੀ ਇੱਕ ਰਚਨਾ ਜਾਂ 2 ਰਚਨਾਵਾਂ ਜਾਂ 3 ਰਚਨਾਵਾਂ ਸੁਣਾ ਸਕਦੇ ਹੋ। ਸਮੇਂ ਦਾ ਪਲੀਜ਼ ਖਿਆਲ ਰੱਖਣਾ ਤਾਂ ਕਿ ਸਾਰਿਆਂ ਨੂੰ ਬਣਦਾ ਸਰਦਾ ਵਕਤ ਮਿਲ ਸਕੇ। ਲਗਭਗ ਆਪਣੇ ਕੋਲੇ 1 ਘੰਟੇ ਦਾ ਸਮਾਂ ਹੁੰਦਾ ਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਸ਼ਾਇਰ ਠੀਕ ਤਰੀਕੇ ਨਾਲ ਆਪਣੀ ਗਜ਼ਲ ਜਾਂ ਆਪਣੀ ਨਜ਼ਮ ਕਹਿ ਸਕਣ। ਸ਼ੁਰੂ ਕਰਦੇ ਹਾਂ ਬਰਜਿੰਦਰ ਚੌਹਾਨ ਹੋਰਾਂ ਤੋਂ। ਬਰਜਿੰਦਰ ਚੌਹਾਨ ਹੋਰਾਂ ਦਾ ਗਜ਼ਲ ਦੇ ਵਿੱਚ ਬਹੁਤ ਵੱਡਾ ਨਾਂ ਹੈ। ਪੇਸ਼ੇ ਵਜੋਂ ਗੁਰੂ ਨਾਨਕ ਦੇਵ ਖਾਲਸਾ ਕਾਲਜ ਦਿੱਲੀ ਵਿਖੇ ਅਧਿਆਪਕ ਨੇ, ਅਸਿਸਟੈਂਟ ਪ੍ਰੋਫੈਸਰ ਨੇ। 2 ਕਿਤਾਬਾਂ ਇਹਨਾਂ ਦੀਆਂ ਆਈਆਂ ਨੇ, ਪੌਣਾ ਉੱਤੇ ਦਸਤਖਤ ਤੇ ਖੁਸ਼ਬੂ ਦਾ ਸਫ਼ਰ। ਇਹਨਾਂ ਦਾ ਇੱਕ ਸ਼ੇਰ ਜਿਹੜਾ ਮੈਂ ਅਕਸਰ ਪੜ੍ਹਦਾ ਹੁੰਨਾ, ਉਮਰ ਪਰ ਤੁਰਕੇ ਵੀ ਤੇਰੇ ਤੀਕ ਨਾ ਆਇਆ ਗਿਆ, ਇਸ ਤਰ੍ਹਾਂ ਲੱਗਦਾ ਜਿਵੇਂ ਸਾਰਾ ਸਫ਼ਰ ਜ਼ਾਇਆ ਗਿਆ। ਖੌਫ, ਲਾਚਾਰੀ, ਉਦਾਸੀ, ਨਾ ਉਮੀਦੀ, ਬੇਬਸੀ, ਰੋਜ਼ ਹੀ ਰਹਿੰਦਾ ਹੈ ਸਾਡੇ ਘਰ ਕੋਈ ਆਇਆ ਗਿਆ, ਰੋਜ਼ ਹੀ ਰਹਿੰਦਾ ਹੈ ਸਾਡੇ ਘਰ ਕੋਈ ਆਇਆ ਗਿਆ। ਬਰਜਿੰਦਰ ਚੌਹਾਨ ਜੀ, ਤੁਹਾਡਾ ਸਵਾਗਤ ਹੈ। बहुत बहुत मेहरबानी दीप जी। और मैं शुक्रिया अदा करता हाँ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਮੈਨੂੰ ਸਰੋਤਿਆਂ ਨਾਲ ਜੁੜਨ ਦਾ। ਸੋ ਮੈਂ ਵਕਤ ਥੋੜਾ ਮਿਲਿਆ, ਇਸ ਕਰਕੇ ਜ਼ਾਇਆ ਨਹੀਂ ਕਰੂੰਗਾ। ਮੈਂ 2 ਗਜ਼ਲਾਂ ਦੇ ਵਿੱਚੋਂ ਕੋਈ ਸ਼ੇਰ ਤੁਹਾਡੇ ਨਾਲ ਸਾਂਝੇ ਕਰੂੰਗਾ। ਜੀ ਇਰਸ਼ਾਦ। ਪਹਿਲੀ ਗਜ਼ਲ, ਜਿਸ ਤਰ੍ਹਾਂ ਤੁਸੀਂ ਕਰੋਨਾ ਦੀ ਗੱਲ ਹੀ ਕਰ ਰਹੇ ਹੋ, ਇਹਦੇ ਸ਼ੁਰੂਆਤੀ ਦਿਨਾਂ ਨਾਲ ਸੰਬੰਧਿਤ ਹੈ, ਜਦੋਂ ਬਹੁਤ ਕਾਹਲ ਸੀ ਲੋਕਾਂ ਨੂੰ ਆਪਣੇ ਆਪਣੇ ਘਰਾਂ 'ਚ ਪਰਤਣ ਦੀ। ਸੋ ਕੋਈ ਹੀਲਾ ਵਸੀਲਾ ਨਾ ਹੋਣ ਦੇ ਬਾਵਜੂਦ ਵੀ ਤੁਰ ਪਏ ਸੀ ਉਹ, ਸੜਕਾਂ ਤੇ ਪੈਦਲ ਹੀ ਜਾ ਰਹੇ ਸੀ। ਸੋ ਉਸ ਮਾਹੌਲ ਨੂੰ ਯਾਦ ਕਰਦਿਆਂ ਮੈਂ ਇੱਕ ਕੁਝ ਸ਼ੇਰ ਪਹਿਲੀ ਗਜ਼ਲ ਦੇ ਵਿੱਚੋਂ ਤੁਹਾਡੇ ਨਾਲ ਸਾਂਝੇ ਕਰਦਾ। ਕਿਸ ਕਿਸਮ ਦੀਆਂ ਦਿੱਕਤਾਂ ਆਈਆਂ ਉਸ ਸਮੇਂ ਦੇ ਵਿੱਚ। ਜੀ ਸਵਾਗਤ ਹੈ। ਕਾਲੀਆਂ ਸੜਕਾਂ ਤੇ ਪੈੜਾਂ ਸੁਰਖ ਹੋਈਆਂ ਨੇ ਜਿਵੇਂ, ਕਾਲੀਆਂ ਸੜਕਾਂ ਤੇ ਪੈੜਾਂ ਸੁਰਖ ਹੋਈਆਂ ਨੇ ਜਿਵੇਂ, ਰਸਤਿਆਂ ਅੰਦਰ ਕਿਸੇ ਕਿਰਚਾਂ ਲੁਕੋਈਆਂ ਨੇ ਜਿਵੇਂ। ਬਹੁਤ ਅੱਛਾ। ਕਾਲੀਆਂ ਸੜਕਾਂ ਤੇ ਪੈੜਾਂ ਸੁਰਖ ਹੋਈਆਂ ਨੇ ਜਿਵੇਂ, ਰਸਤਿਆਂ ਅੰਦਰ ਕਿਸੇ ਕਿਰਚਾਂ ਲੁਕੋਈਆਂ ਨੇ ਜਿਵੇਂ। ਔਰ ਚੇਤਿਆਂ ਵਿੱਚ ਉਮਰ ਭਰ ਟਿਕਿਆ ਰਹੇਗਾ ਇਹ ਸਫ਼ਰ, ਚੇਤਿਆਂ ਵਿੱਚ ਉਮਰ ਭਰ ਟਿਕਿਆ ਰਹੇਗਾ ਇਹ ਸਫ਼ਰ। ਝਿੜਕਦੇ ਪੈਰਾਂ ਨੇ ਬਸ ਲਾਸ਼ਾਂ ਹੀ ਢੋਈਆਂ ਨੇ ਜਿਵੇਂ, ਚੇਤਿਆਂ ਵਿੱਚ ਉਮਰ ਭਰ ਟਿਕਿਆ ਰਹੇਗਾ ਇਹ ਸਫ਼ਰ। ਝਿੜਕਦੇ ਪੈਰਾਂ ਨੇ ਬਸ ਲਾਸ਼ਾਂ ਹੀ ਢੋਈਆਂ ਨੇ ਜਿਵੇਂ। ਔਰ ਦੇਰ ਤੱਕ ਠਹਿਰੇਗੀ ਇਸ ਵਾਰੀ ਤਾਂ ਕੋਇਆਂ ਵਿੱਚ ਨਮੀ, ਦੇਰ ਤੱਕ ਠਹਿਰੇਗੀ ਇਸ ਵਾਰੀ ਤਾਂ ਕੋਇਆਂ ਵਿੱਚ ਨਮੀ। ਐਤਕੀ ਲਾਚਾਰੀਆਂ ਅੱਖਾਂ ਚੋਂ ਚੋਈਆਂ ਨੇ ਜਿਵੇਂ। ਬਹੁਤ ਅੱਛਾ, ਬਹੁਤ ਅੱਛੇ, ਵਾਹ ਜੀ ਵਾਹ, ਬਹੁਤ ਅੱਛੇ ਬਰਜਿੰਦਰ, ਬਹੁਤ ਵਧੀਆ। ਮਿਹਰਬਾਨੀ ਮਿਹਰਬਾਨੀ ਜੀ। ਦੇਰ ਤੱਕ ਠਹਿਰੇਗੀ ਇਸ ਵਾਰੀ ਤਾਂ ਕੋਇਆਂ ਵਿੱਚ ਨਮੀ। ਐਤਕੀ ਲਾਚਾਰੀਆਂ ਅੱਖਾਂ ਚੋਂ ਚੋਈਆਂ ਨੇ ਜਿਵੇਂ। ਕਿਸਨੇ ਕਰਨੀ ਹੈ ਸ਼ਨਾਖਤ ਪਹੁੰਚ ਕੇ ਅਸਮਾਨ ਤੇ, ਕਿਸਨੇ ਕਰਨੀ ਹੈ ਸ਼ਨਾਖਤ ਪਹੁੰਚ ਕੇ ਅਸਮਾਨ ਤੇ। ਸਿਸਕੀਆਂ ਕਿੰਨੀਆਂ ਖਲਾ ਵਿੱਚ ਜਾ ਕੇ ਖੋਈਆਂ ਨੇ ਜਿਵੇਂ। ਬਹੁਤ ਅੱਛੇ, ਬਹੁਤ ਅੱਛੇ। ਕਿਸਨੇ ਕਰਨੀ ਹੈ ਸ਼ਨਾਖਤ ਪਹੁੰਚ ਕੇ ਅਸਮਾਨ ਤੇ, ਕਿਸਨੇ ਕਰਨੀ। ਸਿਸਕੀਆਂ ਕਿੰਨੀਆਂ ਖਲਾ ਵਿੱਚ ਜਾ ਕੇ ਖੋਈਆਂ ਨੇ ਜਿਵੇਂ। ਬਹੁਤ ਅੱਛਾ ਸ਼ੇਰ ਹੈ। ਇਸ ਤੋਂ ਪਿੱਛੋਂ ਕਰੇਗਾ ਕੌਣ ਇਹਨਾਂ ਤੇ ਯਕੀਨ, ਇਸ ਤੋਂ ਪਿੱਛੋਂ ਕਰੇਗਾ ਕੌਣ ਇਹਨਾਂ ਤੇ ਯਕੀਨ। ਕਿਸ਼ਤੀਆਂ ਆਪੇ ਮਲਾਹਾਂ ਨੇ ਡੁਬੋਈਆਂ ਨੇ ਜਿਵੇਂ। ਵਾਹ ਵਾਹ ਵਾਹ, ਬਹੁਤ ਵਧੀਆ, ਕੀ ਬਾਤ ਹੈ, ਬਹੁਤ ਅੱਛਾ। ਇਸ ਤੋਂ ਮਿਹਰਬਾਨੀ, ਇਸ ਤੋਂ ਪਿੱਛੋਂ ਕਰੇਗਾ ਕੌਣ ਇਹਨਾਂ ਤੇ ਯਕੀਨ। ਕਿਸ਼ਤੀਆਂ ਆਪੇ ਮਲਾਹਾਂ ਨੇ ਡੁਬੋਈਆਂ ਨੇ ਜਿਵੇਂ। ਪਰ ਦੇਖੀਆਂ ਤੂੰ ਲਿਖਤੀਆਂ ਲਗਰਾਂ
ਹਵਾ ਦੇ ਸਾਹਮਣੇ। जी ਦੇਖੀਆਂ ਤੂੰ ਲਿਫਦੀਆਂ ਲਗਰਾਂ ਹਵਾ ਦੇ ਸਾਹਮਣੇ, ਦੇਖ ਪਰ ਇਹ ਫੇਰ ਤੋਂ ਉੱਠ ਕੇ ਖਲੋਈਆਂ ਨੇ ਜਿਵੇਂ। वाह 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 जी, बहुत अच्छे। ਦੇਖੀਆਂ ਤੂੰ ਲਿਫਦੀਆਂ ਲਗਰਾਂ ਹਵਾ ਦੇ ਸਾਹਮਣੇ, ਦੇਖ ਪਰ ਇਹ ਫੇਰ ਤੋਂ ਉੱਠ ਕੇ ਖਲੋਈਆਂ ਨੇ ਜਿਵੇਂ। ਕਾਲੀਆਂ ਸੜਕਾਂ ਤੇ ਪੈੜਾਂ ਸੁਰਖ ਹੋਈਆਂ ਨੇ ਜਿਵੇਂ। ਰਸਤਿਆਂ ਅੰਦਰ ਕਿਸੇ ਚਾਂ ਲੁਕੀਆਂ ਨੇ ਜਿਵੇਂ। सारी गजल ही बहुत प्यारी गजल। ਇੱਕ ਹੋਰ ਗਜ਼ਲ ਦੇ ਵਿੱਚੋਂ ਮੈਂ 4-5 ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ। जी ਹੱਥ ਨਹੀਂ ਆਉਣਾ ਹੁਣ ਕੁਝ ਵੀ ਇਸ ਦੇ ਬਾਰੇ ਜਾਣਦੇ ਆਂ। ਹੱਥ ਨਹੀਂ ਆਉਣਾ ਹੁਣ ਕੁਝ ਵੀ ਇਸ ਦੇ ਬਾਰੇ ਜਾਣਦੇ ਆਂ। ਥੋੜਾ ਹੱਸਿਆ ਬਹੁਤਾ ਰੋਇਆ ਮੈਂ ਬੀਤੇ ਨੂੰ ਛਾਣਦਿਆਂ। थोड़ा हंसा बहुत रोया वाह। ਹੱਥ ਨਹੀਂ ਆਉਣਾ ਹੁਣ ਕੁਝ ਵੀ ਇਸ ਦੇ ਬਾਰੇ ਜਾਣਦੇ ਆਂ। ਥੋੜਾ ਹੱਸਿਆ ਬਹੁਤਾ ਰੋਇਆ ਮੈਂ ਬੀਤੇ ਨੂੰ ਛਾਣਦਿਆਂ। वाह वाह वाह। ਪਰ ਦੁੱਖ ਜਦੋਂ ਵੀ ਆਏ ਆ ਕੇ ਆਪਣਿਆਂ ਦੇ ਵਾਂਗ ਮਿਲੇ। अच्छा ਦੁੱਖ ਜਦੋਂ ਵੀ ਆਏ ਆ ਕੇ ਆਪਣਿਆਂ ਦੇ ਵਾਂਗ ਮਿਲੇ। ਖੁਸ਼ੀਆਂ ਨੂੰ ਦੁਸ਼ਵਾਰੀ ਹੋਈ ਮੇਰੇ ਨਕਸ਼ ਪਛਾਣਦਿਆਂ। वाह वाह वाह। ਦੁੱਖ ਜਦੋਂ ਵੀ ਆਏ ਆ ਕੇ ਆਪਣਿਆਂ ਦੇ ਵਾਂਗ ਮਿਲੇ। ਖੁਸ਼ੀਆਂ ਨੂੰ ਦੁਸ਼ਵਾਰੀ ਹੋਈ ਮੇਰੇ ਨਕਸ਼ ਪਛਾਣਦਿਆਂ। पहचानदे ਔਰ ਛੱਤਾਂ ਨੂੰ ਵੀ ਛਲਨੀ ਕਰਦੀ ਜਾਂਦੀ ਹੈ ਇਹ ਬਾਰਿਸ਼ ਤਾਂ। सत्तानवे ਛੱਤਾਂ ਨੂੰ ਵੀ ਛਲਨੀ ਕਰਦੀ ਜਾਂਦੀ ਹੈ ਇਹ ਬਾਰਿਸ਼ ਤਾਂ। वाह वाह। ਇਸ ਮੌਸਮ ਵਿੱਚ ਤੇਰੇ ਸਿਰ ਤੇ ਕਿਹੜੀ ਛਤਰੀ ਤਾਣਦਿਆਂ। वाह जी वाह, वाह जी वाह, वाह जी वाह, वाह जी वाह। नाजुक शेर है जी, बहुत बजिंदर जी बधाइयां, बहुत अच्छे ਮਿਹਰਬਾਨੀ ਬਹੁਤ ਬਹੁਤ। इरशाद। ਕਿ ਛੱਤਾਂ ਨੂੰ ਵੀ ਛਲਨੀ ਕਰਦੀ ਜਾਂਦੀ ਹੈ ਇਹ ਬਾਰਿਸ਼ ਤਾਂ। हाँ ਇਸ ਮੌਸਮ ਵਿੱਚ ਤੇਰੇ ਸਿਰ ਤੇ ਕਿਹੜੀ ਛਤਰੀ ਤਾਣਦਿਆਂ। तानदे ਪਰ ਇਸ਼ਕ ਦੀਆਂ ਰਾਹਾਂ ਵਿੱਚ ਇੱਕ ਹਿਜਰਾਂ ਦਾ ਥਲ ਵੀ ਪੈਂਦਾ ਹੈ। ਇਸ਼ਕ ਦੀਆਂ ਰਾਹਾਂ ਵਿੱਚ ਇੱਕ ਹਿਜਰਾਂ ਦਾ ਥਲ ਵੀ ਪੈਂਦਾ ਹੈ। ਇਲਮ ਨਹੀਂ ਸੀ ਇਸ ਦਾ ਵਸਲਾਂ ਦੀ ਲਜ਼ਤ ਨੂੰ ਮਾਣਦਿਆਂ। वाह वाह वाह। ਇਸ਼ਕ ਦੀਆਂ ਰਾਹਾਂ ਵਿੱਚ ਇੱਕ ਹਿਜਰਾਂ ਦਾ ਥਲ ਵੀ ਪੈਂਦਾ ਹੈ। ਇਲਮ ਨਹੀਂ ਸੀ ਇਸ ਦਾ ਵਸਲਾਂ ਦੀ ਲਜ਼ਤ ਨੂੰ ਮਾਣਦਿਆਂ। वाह वाह। ਪਰ ਉਮਰ ਮੇਰੀ ਰੂਹ ਦੇ ਜ਼ਖਮਾਂ ਦੀ ਮੇਰੇ ਐਨ ਬਰਾਬਰ ਹੈ। ਉਮਰ ਮੇਰੀ ਰੂਹ ਦੇ ਜ਼ਖਮਾਂ ਦੀ ਮੇਰੇ ਐਨ ਬਰਾਬਰ ਹੈ। ਸਾਥ ਕਦੇ ਨਾ ਛੱਡਿਆ ਮੇਰਾ ਹੁਣ ਤੱਕ ਮੇਰੇ ਹਾਣਦਿਆਂ। ਉਮਰ ਮੇਰੀ ਰੂਹ ਦੇ ਜ਼ਖਮਾਂ ਦੀ ਮੇਰੇ ਐਨ ਬਰਾਬਰ ਹੈ। ਸਾਥ ਕਦੇ ਨਾ ਛੱਡਿਆ ਮੇਰਾ ਹੁਣ ਤੱਕ ਮੇਰੇ ਹਾਣਦਿਆਂ। वाह जी वाह, वाह जी वाह। अच्छे बरजिंदर, बहुत बढ़िया दोनों गजला, बहुत प्यारी ਹੱਥ गजल। ਨਹੀਂ ਆਉਣਾ ਹੁਣ ਕੁਝ ਵੀ ਇਸ ਦੇ ਬਾਰੇ ਜਾਣਦਿਆਂ। ਥੋੜਾ ਹੱਸਿਆ ਬਹੁਤਾ ਰੋਇਆ ਮੈਂ ਬੀਤੇ ਨੂੰ ਛਾਣ। बहुत ਮਿਹਰਬਾਨੀ अच्छा ਜੀ, सर, ਸ਼ੁਕਰੀਆ। बरजिंदर जी बहुत कमाल दी नवीਆਂ गजਲਾਂ ਸੁਣੀਆਂ, ਨਵੀਆਂ ਚੌਹਾਨ ਬਿਲਕੁਲ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਇਸ ਤੋਂ ਬਾਅਦ ਆਪਾਂ ਸੱਦਾ ਦੇ ਰਹੇ ਹਾਂ ਮੈਡਮ ਪਰਮਜੀਤ ਦਿਓਲ ਹੋਰਾਂ ਨੂੰ। ਪਰਮਜੀਤ ਆਓ ਜੀ, ਦਿਓਲ ਮੈਡਮ ਪਰਮਜੀਤ ਜੀ। ਬੇਸਿਕਲੀ ਨਾਟਕ ਦੇ ਆਰਟਿਸਟ ਵੀ ਨੇ ਤੇ ਬਹੁਤ ਅੱਛੇ ਸ਼ਾਇਰ ਵੀ ਨੇ। ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਇਨਵੋਲਵ ਨੇ। ਕੈਨੇਡਾ ਦੇ ਵਿੱਚ ਅਸੀਸ ਮੰਚ ਸੰਸਥਾ ਦੇ ਫਾਊਂਡਰ ਦੇ ਤੌਰ ਤੇ ਕੰਮ ਕਰਦੇ ਨੇ। ਲਿਟਰੇਰੀ ਕਲਮਾਂ ਦਾ ਕਾਫਲਾ ਉਸਦੇ ਕੋਆਰਡੀਨੇਟਰ ਨੇ। ਰੇਡੀਓ ਪੰਜਾਬੀ ਸ਼ੋਅ ਸਾਂਝੀਆਂ ਗੱਲਾਂ ਦੇ ਆਨਰ ਨੇ ਤੇ ਕਲਮੀ ਪਰਿਵਾਰ ਟੀਵੀ ਪ੍ਰੋਗਰਾਮ ਦੇ ਹੋਸਟ ਨੇ। ਸਾਹਾਂ ਦੀ ਪੱਤਰੀ ਮੈਂ ਇੱਕ ਰੇਸ਼ਮ ਤੂੰ ਕੱਤ ਬਿਰਹਾ, ਇਹ ਇਹਨਾਂ ਦੀਆਂ ਕਿਤਾਬਾਂ ਨੇ। ਬਹੁਤ ਸੋਹਣੀ ਕਵਿਤਾ ਲਿਖਦੇ ਨੇ। ਇਹਨਾਂ ਦੀਆਂ 4 ਲਾਈਨਾਂ ਨੇ ਕਿ ਕੋਈ ਬਿਰਹਣ ਕਿਤੇ ਨੈਣਾ ਦੇ ਖੂਹ ਨੂੰ ਗੇੜਦੀ ਹੈ, ਸਫ਼ਰ ਤੇ ਜਾਣ ਲੱਗਦਾ ਹਾਂ ਤਾਂ ਸਿਸਕੀ ਘੇਰਦੀ ਹੈ। ਕਿਹੜੀ ਦਿਸ਼ਾ ਚੋਂ ਲੰਘ ਚੁੱਕੀ ਸੀ ਇਹ ਮਿੱਟੀ, ਤੇ ਬਣ ਕੇ ਬੁੱਤ ਵੀ ਨੈਣਾ ਚੋਂ ਹੰਝੂ ਘੇਰਦੀ ਹੈ, ਤੇ ਬਣ ਕੇ ਬੁੱਤ ਵੀ ਨੈਣਾ ਚੋਂ ਹੰਝੂ ਘੇਰਦੀ ਹੈ।
आओ जी मैडम परमजीत कौर जी, स्वागत है ਤੁਹਾਡਾ। बहुत बहुत शुक्रिया डॉक्टर कुलदीप। ਪਹਿਲਾਂ ਤਾਂ ਮੈਂ ਸਿਫਤ ਕਰਨੀ ਆ ਇਸ ਪ੍ਰੋਗਰਾਮ ਦੀ। ਪੰਜਾਬੀ ਅਕੈਡਮੀ ਦਾ ਜਿਹੜਾ ਇਹ ਉਪਰਾਲਾ ਆ ਬਹੁਤ ਸ਼ਲਾਘਾਯੋਗ ਕਦਮ ਆ। ਸਾਡੇ ਜਿਹੜੇ ਬਾਹਰ ਬੈਠੇ ਅਸੀਂ ਵਿਦੇਸ਼ਾਂ 'ਚ ਬੈਠੇ ਆ, ਸਾਨੂੰ ਵੀ ਜੋੜਿਆ ਨਾਲ, ਤੇ ਸਾਨੂੰ ਵੀ ਇਹ ਮੌਕਾ ਮਿਲਿਆ ਹੈ ਵੀ ਅਸੀਂ ਵੀ ਸਾਰੇ ਤੁਹਾਡੇ ਜਿਹੜੇ ਕਹਿੰਦੇ ਨੇ ਦਰਸ਼ਨ ਕਰ ਸਕੇ। ਤੇ ਇੱਕ ਹਾਂਜੀ, ਮੈਂ ਕਵਿਤਾ ਤੇ 6 ਮਿੰਟ ਦੇ ਵਿੱਚ 3 ਮਿੰਟ ਦੇ ਵਿੱਚ ਮੈਂ ਗੱਲ ਆਪਣੀ ਮੁਕਾ ਦੂੰਗੀ। ਇੱਕ ਕਵਿਤਾ ਦੇ ਨਾਲ ਤੇ ਇੱਕ ਗਜ਼ਲ ਦੇ ਨਾਲ ਹਾਜ਼ਰੀ ਲਗਵਾਉਣੀ ਹੈ ਜੀ। ਹਾਂਜੀ ਜੀ, ਕਵਿਤਾ ਹੈ। ਕਵਿਤਾ ਅੱਜ ਫੇਰ ਉਤਰੀ ਹੈ ਧਰੂ ਤਾਰੇ ਨੂੰ ਮੁਖਾਤਬ ਹੋ ਕੇ। ਕਵਿਤਾ ਅੱਜ ਫੇਰ ਉਤਰੀ ਹੈ ਧਰੂ ਤਾਰੇ ਨੂੰ ਮੁਖਾਤਬ ਹੋ ਕੇ। ਗ੍ਰਹਿ ਚੰਦਰਮਾ ਨੂੰ ਲੱਗਾ ਚਾਹੇ ਸੂਰਜ ਨੂੰ, ਕਵਿਤਾ ਬੇਖਬਰ ਹੈ। ਕਵਿਤਾ ਅੱਜ ਫੇਰ ਉਤਰੀ ਹੈ ਧਰੂ ਤਾਰੇ ਨੂੰ ਮੁਖਾਤਬ ਹੋ ਕੇ। ਗ੍ਰਹਿ ਚੰਦਰਮਾ ਨੂੰ ਲੱਗਾ ਚਾਹੇ ਸੂਰਜ ਨੂੰ, ਕਵਿਤਾ ਬੇਖਬਰ ਹੈ। ਸਾਇੰਸ ਨੇ ਕੀਤੀ ਹੈ ਪੁਸ਼ਟੀ ਬ੍ਰਹਿਮੰਡ ਦੇ 9 ਗੋਲਿਆਂ ਵਿੱਚੋਂ ਗ੍ਰਹਿਣ ਇੱਕ ਨੂੰ ਲੱਗੇਗਾ। ਸਾਇੰਸ ਨੇ ਪੁਸ਼ਟੀ ਕੀਤੀ ਹੈ ਬ੍ਰਹਿਮੰਡ ਦੇ 9 ਗੋਲਿਆਂ ਵਿੱਚੋਂ ਗ੍ਰਹਿਣ ਇੱਕ ਨੂੰ ਲੱਗੇਗਾ। ਗ੍ਰਹਿਣ ਤਾਂ 9 ਗ੍ਰਹਿਆਂ ਨੂੰ ਹੀ ਲੱਗਦੇ, ਪਰ ਸਾਡੀ ਨੰਗੀ ਅੱਖ ਨੂੰ ਕੇਵਲ 2 ਹੀ ਦਿਖਾਈ ਦਿੰਦੇ। ਅੱਛਾ, ਗ੍ਰਹਿਣ ਤਾਂ 9 ਗ੍ਰਹਿਆਂ ਨੂੰ ਹੀ ਲੱਗਦੇ, ਪਰ ਸਾਡੀ ਨੰਗੀ ਅੱਖ ਨੂੰ ਕੇਵਲ 2 ਹੀ ਦਿਖਾਈ ਦਿੰਦੇ। ਇਹ ਸਾਡੀ ਨੰਗੀ ਅੱਖ ਤਾਂ ਬਸ ਇਹ ਦੇਖਦੀ ਹੈ ਕਿ ਜੇ ਦਿਨ ਵੇਲੇ ਲੱਗਿਆ ਗ੍ਰਹਿਣ ਤਾਂ ਸੂਰਜ ਨੂੰ, ਜੇਕਰ ਰਾਤ ਵੇਲੇ ਤਾਂ ਚੰਦਰਮਾ ਨੂੰ। ਲੇਕਿਨ ਇਹ ਗ੍ਰਹਿਣ ਤਾਂ ਕਦੇ ਕਦਾਈ ਲੱਗਦੇ ਨੇ, ਚਿਰਾਂ ਪਿੱਛੋਂ, ਸਾਲਾਂ ਬਾਅਦ, ਕੁਦਰਤ ਦੇ ਅਨੁਕੂਲ। ਕਵਿਤਾ ਦੇ ਮਨ 'ਚ ਸਵਾਲ ਮੰਡਰਾਉਂਦਾ ਹੈ। ਕਵਿਤਾ ਦੇ ਮਨ 'ਚ ਸਵਾਲ ਮੰਡਰਾਉਂਦਾ ਹੈ। ਉਸ ਕਾਲੇ ਦੌਰ ਵਿੱਚ ਜਿਨ੍ਹਾਂ ਦੇ ਚੁੱਲ੍ਹਿਆਂ ਦੇ ਅੰਦਰ ਉੱਗ ਆਇਆ ਘਾਹ, ਅੱਜ ਵੀ ਸਹਿਕਦੀਆਂ ਕੰਧਾਂ, ਹੌਕੇ ਲੈਂਦੇ ਘਰਾਂ ਦੇ ਦਰਵਾਜ਼ੇ, ਕੀ ਹੋਈ ਹੈ ਉਹਨਾਂ ਦੇ ਗ੍ਰਹਿਣ ਦੀ ਕੋਈ ਪੁਸ਼ਟੀ? ਕਵਿਤਾ ਦੇ ਮਨ 'ਚ ਸਵਾਲ ਮੰਡਰਾਉਂਦਾ ਹੈ ਉਸ ਕਾਲੇ ਦੌਰ ਵਿੱਚ ਜਿਨ੍ਹਾਂ ਦੇ ਚੁੱਲ੍ਹਿਆਂ ਦੇ ਅੰਦਰ ਉੱਗ ਆਇਆ ਘਾਹ, ਅੱਜ ਵੀ ਸਹਿਕਦੀਆਂ ਕੰਧਾਂ, ਹੌਕੇ ਲੈਂਦੇ ਘਰਾਂ ਦੇ ਦਰਵਾਜ਼ੇ, ਕੀ ਹੋਈ ਹੈ ਉਹਨਾਂ ਦੇ ਗ੍ਰਹਿਣ ਦੀ ਕੋਈ ਪੁਸ਼ਟੀ? ਫਾਹੇ ਲੈਂਦੀਆਂ ਪੱਗਾਂ, ਕਿਸਾਨੀ ਨੂੰ ਲੱਗਿਆ ਮਹਿੰਗਾਈ ਦਾ ਢੋਰਾ, ਜਿਸ ਢੋਰੇ ਕਿਸਾਨ ਨੂੰ ਬਣਾਇਆ ਖੋਖਲਾ। ਜਿਹੜੇ ਪਰਿਵਾਰ 2 ਵੇਲੇ ਦੀ ਰੋਟੀਆਂ ਨੂੰ ਹੋ ਚੁੱਕੇ ਮੁਹਤਾਜ, ਉਹਨਾਂ ਦੀ ਕਿਸਮਤ ਨੂੰ ਲੱਗਿਆ ਗ੍ਰਹਿਣ, ਕੀ ਹੋਈ ਹੈ ਉਹਨਾਂ ਦੇ ਗ੍ਰਹਿਣ ਦੀ ਕੋਈ ਪੁਸ਼ਟੀ? ਨਸ਼ਿਆਂ 'ਚ ਡੁੱਬੇ ਧੀਆਂ ਪੁੱਤਾਂ ਦੇ ਦਰਦ ਨੂੰ ਦੇਖ, ਮਾਪਿਆਂ ਦੀਆਂ ਅੱਖਾਂ ਦਾ ਸਿਲਾਬ। ਨਸ਼ਿਆਂ 'ਚ ਡੁੱਬੇ ਧੀਆਂ ਪੁੱਤਾਂ ਦੇ ਦਰਦ ਨੂੰ ਦੇਖ, ਮਾਪਿਆਂ ਦੀਆਂ ਅੱਖਾਂ ਦਾ ਸਿਲਾਬ। ਇਹ ਗ੍ਰਹਿਣ ਲੱਗਦਾ ਹੈ ਨਿੱਤ, ਇਹ ਗ੍ਰਹਿਣ ਲੱਗਦਾ ਹੈ ਨਿੱਤ, ਲੋਕਾਂ ਦਿਆਂ ਘਰਾਂ ਤੇ, ਲੋਕਾਂ ਦਿਆਂ ਦਰਾਂ ਤੇ, ਜਿਸ ਦੀ ਕਦੇ ਪੁਸ਼ਟੀ ਨਹੀਂ ਹੁੰਦੀ। ਹਾਂ, ਕਦੇ ਪੁਸ਼ਟੀ ਨਹੀਂ ਹੁੰਦੀ, ਕਦੇ ਪੁਸ਼ਟੀ ਨਹੀਂ ਹੁੰਦੀ। ਬਹੁਤ ਅੱਛੇ ਪਰਮਜੀਤ, ਬਹੁਤ ਅੱਛੇ। ਗਜ਼ਲ ਦੇ 2-4 ਸ਼ੇਰ ਹੈ ਜੀ। ਹਵਾਵਾਂ ਨੇ ਹਜ਼ਾਰਾਂ ਵਾਰ ਉਹਨਾਂ ਨੂੰ ਜੇ ਠੱਗਣਾ ਹੈ। ਅੱਛਾ। ਹਵਾਵਾਂ ਨੇ ਹਜ਼ਾਰਾਂ ਵਾਰ ਉਹਨਾਂ ਨੂੰ ਜੇ ਠੱਗਣਾ ਹੈ, ਚਿਰਾਗਾਂ ਨੇ ਵੀ ਠਾਣੀ ਹੈ ਅਸੀਂ ਹਰ ਹਾਲ ਬਲਣਾ ਹੈ। ਹਵਾਵਾਂ ਨੇ ਹਜ਼ਾਰਾਂ ਵਾਰ ਉਹਨਾਂ ਨੂੰ ਜੇ ਠੱਗਣਾ ਹੈ, ਚਿਰਾਗਾਂ ਨੇ ਵੀ ਠਾਣੀ ਹੈ ਅਸੀਂ ਹਰ ਹਾਲ ਬਲਣਾ ਹੈ। ਅਜ਼ਬ ਹੀ ਦਾਸਤਾ ਇਹ ਮੋਮਬੱਤੀਆਂ ਦੱਸਦੀਆਂ ਨੇ। ਅੱਛਾ। ਅਜ਼ਬ ਹੀ ਦਾਸਤਾ ਇਹ ਮੋਮਬੱਤੀਆਂ ਦੱਸਦੀਆਂ ਨੇ। ਬਹਾਉਣੇ ਨੇ ਅਸੀਂ ਹੰਝੂ ਤੇ ਸਾਰੀ ਰਾਤ ਜਗਣਾ ਹੈ। ਅਜ਼ਬ ਹੀ ਦਾਸਤਾ ਇਹ ਮੋਮਬੱਤੀਆਂ ਦੱਸਦੀਆਂ ਨੇ, ਬਹਾਉਣੇ ਨੇ ਅਸੀਂ ਹੰਝੂ ਤੇ ਸਾਰੀ ਰਾਤ ਜਗਣਾ ਹੈ। ਬਹੁਤ ਬੜੀਆ ਇਮੇਜ ਹੈ, ਕੀ ਬਾਤ। ਇਹ ਤੇਰਾ ਭਰਮ ਹੈ ਜੰਗਲ ਦੇ ਫੁੱਲ ਖੁਸ਼ਬੂ ਨਹੀਂ ਦਿੰਦੇ। ਇਹ ਤੇਰਾ ਭਰਮ ਹੈ ਜੰਗਲ ਦੇ ਫੁੱਲ ਖੁਸ਼ਬੂ ਨਹੀਂ ਦਿੰਦੇ। ਇਹਨੇ ਇੱਕ ਦਿਨ ਤੇਰੇ ਵਿਹੜੇ 'ਚ ਨਾ ਚਾਹੁੰਦੇ ਵੀ ਉੱਗਣਾ ਹੈ। ਅੱਛਾ, ਬਹੁਤ ਅੱਛਾ। ਇਹਨੇ ਇੱਕ ਦਿਨ ਤੇਰੇ ਵਿਹੜੇ 'ਚ ਨਾ ਚਾਹੁੰਦੇ ਵੀ ਉੱਗਣਾ ਹੈ। ਸ਼ੇਰ ਹੈ ਜੀ, ਬਹੁਤ ਸ਼ੁਕਰੀਆ। ਥਲਾਂ ਨੂੰ ਪਿਆਸ ਹੋਵੇ ਜਾਂ ਨਾ ਹੋਵੇ,
ਥਲਾਂ ਨੂੰ ਪਿਆਸ ਹੋਵੇ ਜਾਂ ਨਾ ਹੋਵੇ, ਪਰ ਯਕੀਨਨ ਹੀ ਪਹਾੜਾਂ ਵਿੱਚ ਇਹਨਾਂ ਝਰਨਿਆਂ ਵਗਣਾ ਹੀ ਵਗਣਾ ਹੈ। ਵਾਹ ਵਾਹ, ਪਹਾੜਾਂ ਵਿੱਚ ਇਹਨਾਂ ਝਰਨਿਆਂ ਵਗਣਾ ਹੀ ਵਗਣਾ। ਥਲਾਂ ਨੂੰ ਪਿਆਸ ਹੋਵੇ ਜਾਂ ਨਾ ਹੋਵੇ, ਪਰ ਯਕੀਨਨ ਹੀ ਪਹਾੜਾਂ ਵਿੱਚ ਇਹਨਾਂ ਝਰਨਿਆਂ ਵਗਣਾ ਹੀ ਵਗਣਾ ਹੈ। ਆਖਰੀ ਸ਼ੇਰ ਜੀ, ਅਸੀਂ ਬਣਨਾ ਹੈ ਮਿੱਟੀ ਤੋਂ ਸੁਰਾਹੀ ਇੱਕ ਨਾ ਇੱਕ ਦਿਨ ਤਾਂ। ਅਸੀਂ ਬਣਨਾ ਹੈ ਮਿੱਟੀ ਤੋਂ ਸੁਰਾਹੀ ਇੱਕ ਨਾ ਇੱਕ ਦਿਨ ਤਾਂ। ਬੇਸ਼ੱਕ ਸਮਿਆਂ ਦੇ ਆਵੇ ਵਿੱਚ ਅਸੀਂ ਭਰਪੂਰ ਪੱਕਣਾ ਹੈ। ਬੇਸ਼ੱਕ ਸਮਿਆਂ ਦੇ ਆਵੇ ਵਿੱਚ ਅਸੀਂ ਭਰਪੂਰ ਪੱਕਣਾ ਹੈ। ਹਵਾਵਾਂ ਨੇ ਹਜ਼ਾਰਾਂ ਵਾਰ ਉਹਨਾਂ ਨੂੰ ਜੇ ਠੱਗਣਾ ਹੈ, ਚਿਰਾਗਾਂ ਨੇ ਵੀ ਠਾਣੀ ਹੈ, ਅਸੀਂ ਹਰ ਹਾਲ ਬਦਲਣਾ ਹੈ। ਹਰ ਹਾਲ। ਬਹੁਤ ਬਹੁਤ ਧੰਨਵਾਦ ਜੀ ਮੈਡਮ ਪਰਮਜੀਤ ਕੌਰ, ਬਹੁਤ ਖੂਬਸੂਰਤ ਸ਼ੇਰ ਨੇ ਤੁਹਾਡੇ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੋਰ ਪ੍ਰੋਫੈਸਰਾਂ ਨਾਲ ਲਿਖਦੇ ਰਹੋ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜਰਮਨੀ ਵੱਲ, ਕਿਉਂਕਿ ਇਹ ਵਰਚੁਅਲ ਖਿੜਕੀ ਹੈ ਤੇ ਇਸ ਵਰਚੁਅਲ ਖਿੜਕੀ ਰਾਹੀਂ ਆਪਾਂ ਪੂਰੀ ਦੁਨੀਆ ਦੀਆਂ ਜਿਹੜੀਆਂ ਗੁੱਠਾਂ ਨੇ ਉਹ ਫਰੋਲ ਸਕਦੇ ਹਾਂ। ਤੇ ਜਰਮਨੀ ਦੇ ਤੋਂ ਸਾਡੇ ਨਾਲ ਜੁੜੇ ਨੇ ਕੇਰ ਸ਼ਰੀਫ ਜੀ। ਬੇਸਿਕਲੀ ਭਾਵੇਂ ਵਾਰਤਕ ਲਿਖਦੇ ਨੇ, ਪਰ ਬਹੁਤ ਸੋਹਣੇ ਗੀਤ ਤੇ ਕਵਿਤਾਵਾਂ ਵੀ ਲਿਖਦੇ ਨੇ ਨਾਲ। ਸੋ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਮੇਂ ਨਾਲ ਸੰਵਾਦ ਉਹਨਾਂ ਦੀ ਕਿਤਾਬ ਹੈ ਤੇ ਕਈ ਕਿਤਾਬਾਂ ਇਹਨਾਂ ਨੇ ਸੰਪਾਦਿਤ ਵੀ ਕੀਤੀਆਂ ਨੇ। ਮੀਡੀਆ ਪੰਜਾਬ ਨਾਂ ਦਾ ਪਰਚਾ ਉਹਦੇ ਸਹਿ ਸੰਪਾਦਕ ਨੇ ਤੇ ਹੋਰ ਬਹੁਤ ਸਾਰੇ ਕੰਮ ਕਰ ਰਹੇ ਨੇ ਸਾਹਿਤ ਨਾਲ ਜੁੜ ਕੇ। ਗੀਤ ਦੀਆਂ ਇਹਨਾਂ ਦੀਆਂ ਲੈਣਾ ਨੇ ਕਿ ਸੋਚ ਦੇ ਬਨੇਰਿਆਂ ਤੇ ਦੀਵੇ ਵੱਲ ਰੱਖ ਦਿੱਤੇ, ਖੌਰੇ ਕਦੋਂ ਆਉਣਾ ਮਹਿਮਾਨ। ਅੱਗ ਹੀ ਹਟਾਉਂਦੀ ਫਿਰੇ ਹਨੇਰਿਆਂ ਦਾ ਵਾਸ, ਇੱਥੇ ਚੁੱਲ੍ਹਿਆਂ 'ਚ ਬਲੇ ਸ਼ਮਸ਼ਾਨ। ਰੱਖ ਕੇ ਇਮਾਨ ਉੱਤੇ ਝੂਠੀਆਂ ਉਂਗਲਾਂ ਨੂੰ, ਕਸਮਾਂ ਤਾਂ ਖਾਂਦਾ ਹੈ ਜਹਾਨ। ਧਰਮਾਂ ਦੇ ਆਖੇ ਲੱਗ ਧਰਮੀ ਤਾਂ ਬਣ ਜਾਂਦੇ, ਬਣਾਂਗੇ ਕਦੋਂ ਵੇ ਇਨਸਾਨ, ਬਣਾਂਗੇ ਕਦੋਂ ਵੇ ਇਨਸਾਨ। ਸਵਾਗਤ ਹੈ ਜੀ ਬਹੁਤ ਬਹੁਤ ਕੇਰ ਸ਼ਰੀਫ ਤੁਹਾਡਾ। ਆਓ ਜੀ ਕੇਰ ਸ਼ਰੀਫ ਜੀ, ਆਇਆਂ ਨੂੰ, ਵੈਲਕਮ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਜਾਬ ਸਾਹਿਤ ਅਕੈਡਮੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ 30 ਦਿਨ ਹੋ ਗਏ ਮੈਨੂੰ ਇੱਥੇ ਬਹਾਲਿਆ ਹੋਇਆ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਮੈਂ ਦੱਸਣਾ ਬਹੁਤ ਭੁੱਲ ਸਾਰਿਆਂ ਗਿਆ, ਨੂੰ ਬਹਾਲਿਆ ਹੋਇਆ। ਮੈਂ ਲਗਾਤਾਰ 30 ਦਿਨਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮੈਂ ਹਰ ਰੋਜ਼ ਹੀ ਜੁੜਦਾ ਜੀ। ਬਹੁਤ ਅੱਛਾ, ਬਹੁਤ ਅੱਛਾ, ਵਧੀਆ। ਕਈਆਂ ਨੂੰ ਕੁਝ ਹੋਰ ਦਾ ਹੁੰਦਾ, ਮੈਨੂੰ ਇਹਦੀ ਭੁੱਖ ਹੈ ਵੀ ਕੁਝ ਨਾ ਕੁਝ ਸਿੱਖੀਏ। ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਆ ਜਿਹੜਾ ਸੰਕਟ ਦਾ ਤੁਸੀਂ ਕਹਿ ਰਹੇ ਹੋ, ਅਜੇ ਸੰਕਟ ਪੈਦਾ ਹੋਣੇ ਨੇ। ਇਹ ਸੰਕਟ ਪਹਿਲਾ ਹੈ, ਇਹ ਤੋਂ ਬਾਅਦ ਬਹੁਤ ਸੰਕਟਾਂ ਦਾ ਰੱਖਿਓ ਉਡੀਕ, ਉਹ ਹੋਣੇ ਨੇ। ਕੋਈ ਭੁੱਖਮਰੀ ਦਾ ਆਏਗਾ, ਕੋਈ ਬੇਰੁਜ਼ਗਾਰੀ ਦਾ ਆਏਗਾ, ਜਿਹੜੀਆਂ ਹੋਰ ਅਲਾਮਤਾਂ ਬਹੁਤ ਸਾਰੀਆਂ ਆਣੀਆਂ, ਇਹ ਉਹਦੇ ਤੋਂ ਜੰਮਣੀਆਂ ਨੇ, ਕਿਉਂਕਿ ਸਿਸਟਮ ਦਾ ਇਹੀ ਕਹਿਣਾ ਹੈ। ਮੈਂ ਇੱਕ ਨਜ਼ਮ ਇਸ ਕਰਕੇ ਪੇਸ਼ ਕਰ ਰਿਹਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਬਿਨਾਂ ਲੜਿਆਂ ਹਾਰੇ ਹੋਏ ਮੰਨ ਲੈਂਦੇ ਨੇ, ਮੈਂ ਉਹਨਾਂ ਚੋਂ ਨਹੀਂ। ਅਸੀਂ ਹਾਰੇ ਨਹੀਂ, ਮੇਰੀ ਨਜ਼ਮ ਦਾ ਅਨੁਮਾਨ ਹੈ ਜੀ, ਅਸੀਂ ਹਾਰੇ ਨਹੀਂ। ਝੂਠੀ ਹੈਂਕੜ ਚ ਗੁਆਚੇ ਮਿੱਤਰਾ, ਮੇਰੇ ਵਾਸਤੇ ਅਸੀਂ ਹਾਰਿਆਂ ਵਿੱਚੋਂ ਹੀ ਥੇ। ਪਰ ਇਹ ਨਾ ਸਮਝੀ ਕਿ ਅਸੀਂ ਹਾਰ ਕਬੂਲ ਕਰਦੇ। ਅਜੇ ਤਾਂ ਬਹੁਤ ਨੇ ਸੱਧਰਾਂ, ਬਹੁਤ ਲੰਬਾ ਹੈ ਰਸਤਾ, ਬਹੁਤ ਦੂਰ ਹੈ ਮੰਜ਼ਿਲ। ਸੱਧਰਾਂ ਦੇ ਪੂਰੇ ਹੋਣ ਤੱਕ, ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਕੋਈ ਕਿਵੇਂ ਟਿਕ ਕੇ ਬੈਠ ਸਕਦਾ ਹੈ। ਅਜੇ ਤਾਂ ਅਸੀਂ ਸੂਰਜ ਦਾ ਮੱਥਾ ਚੁੰਮਣਾ ਹੈ। ਅੱਛਾ। ਉਸ ਤੋਂ ਲੈ ਕੇ ਤੇਜ ਨੇਰ ਭਰੀ ਸੋਚੋਂ ਸਖਣੀ ਮਨਾਂ ਵਾਲੀ, ਬੰਜਰ ਹੋ ਰਹੀ ਧਰਤ ਦੀ ਹਿੱਕ ਤੇ ਸਿਆੜ ਕੱਢ। ਗਿਆਨ ਦਾ ਚਾਨਣ ਬੀਜਣਾ ਹੈ, ਹਨੇਰਿਆਂ ਨੂੰ ਹਰਾਉਣ ਲਈ ਭੁਰ ਗਏ ਮੱਥਿਆਂ ਅੰਦਰ ਆਸ ਦਾ ਦੀਵਾ ਬਾਲਣਾ ਹੈ। ਗਿਆਨ ਦਾ ਚੌਮੁਖੀਆ ਦੀਵਾ ਸਾਰੇ ਹਨੇਰੇ ਨੂੰ ਡੀਕ ਲਵੇਗਾ। ਚਫੇਰਾ ਸਾਫ਼ ਸਾਫ਼ ਨਜ਼ਰ ਆਵੇਗਾ, ਬਹੁਤ ਕੁਝ ਹੈ ਕਰਨ ਵਾਲਾ। ਥੱਕਿਆ ਮਨੁੱਖ ਵੀ ਸੋਚਦਾ ਹੈ, ਥੱਕਿਆ ਮਨੁੱਖ ਵੀ ਸੋਚਦਾ ਹੈ। ਸਮੇਂ ਨੂੰ ਧੱਕਾ ਹੀ ਨਹੀਂ ਲਾਉਂਦਾ, ਰੋਣੇ ਨਹੀਂ ਰੋਂਦਾ, ਮਰਨ ਦਾ ਨਹੀਂ, ਜਿਉਣ ਬਾਰੇ ਵੀ ਸੋਚਦਾ ਹੈ। ਬਿਲਕੁਲ ਸਵਾਲ ਪੈਦਾ ਕਰਦਾ ਹੈ, ਸਵਾਲ ਪੈਦਾ ਕਰਦਾ ਹੈ, ਆਪਣੇ ਤੇ ਬਗਾਨਿਆਂ ਨਾਲ ਸੰਵਾਦ ਰਚਾਉਂਦਾ ਹੈ, ਬਹਿਸਾਂ ਕਰਦਾ ਹੈ, ਗੋਸ਼ਟ ਦੇ ਵਿਹੜੇ ਵਹਿ ਮਸਲੇ ਰਿੜਕਦਾ ਵਿਚਾਰਦਾ ਹੈ, ਜਿੰਦਾ ਦਿਲ ਤੇ ਸੋਚਵਾਨ ਹੋਣ ਦੀ ਗਵਾਹੀ ਭਰਦਾ ਹੈ। ਤੇਰਾ ਕਰਮ ਤਾਂ ਹੁਣ ਦਰਬਾਰੀ ਹੋ ਗਿਆ ਹੈ, ਤੇਰਾ ਕਰਮ ਤਾਂ ਹੁਣ ਦਰਬਾਰੀ ਹੋ ਗਿਆ ਹੈ। ਇਹ ਦੁਰਕਰਮ ਨਾ ਕਰ, ਇੰਜ ਦੀ ਮੌਤ ਨਾ ਮਰ, ਨਹੀਂ ਤਾਂ ਲੋਕ ਤੈਨੂੰ ਗੀਦੀ ਬੁਜ਼ਦਿਲ ਕਹਿਣਗੇ,
ਪੀੜ੍ਹੀਆਂ ਤੱਕ ਲਾਹਣਤਾਂ ਪਾਉਣਗੇ, ਤੇ ਤੂੰ ਇਉਂ ਅਣਖ ਨੂੰ ਲੀਕ ਨਾ ਲਾ, ਵਿਰਸੇ ਦੇ ਨਾਮ ਬੇਦਾਵਾ ਨਾ ਲਿਖ, ਮਾਂ ਦੇ ਦੁੱਧ ਨੂੰ ਲਾਜ ਨਾ ਲਾ। ਤੇ ਤੂੰ ਇਉਂ ਅਣਖ ਨੂੰ ਲੀਕ ਨਾ ਲਾ, ਵਿਰਸੇ ਦੇ ਨਾਮ ਬੇਦਾਵਾ ਨਾ ਲਿਖ, ਮਾਂ ਦੇ ਦੁੱਧ ਨੂੰ ਲਾਜ ਨਾ ਲਾ। ਤੇਰੇ ਪੱਲੇ ਕਿਉਂ ਹਵਸ ਉੱਤੇ ਇਸ਼ਕ ਦੀ ਲੇਪ ਕਰਨਾ ਹੀ ਰਹਿ ਗਿਆ। ਕਿਹੜੇ ਅੰਬਰੀ ਗਵਾਚ ਗਿਆ, ਮੱਥੇ ਨੂੰ ਸਾਫ਼ ਕਰ, ਇਹਦੇ ਚ ਜੰਮੀ ਗਾਰ ਕੱਢ ਦੇ, ਕਰ ਇਹਦੀ ਕਾਰ ਸੇਵਾ। ਅਸਮਾਨ ਸਾਫ਼ ਸੁਥਰਾ ਦਿਸੇਗਾ, ਦੂਜਿਆਂ ਦੇ ਦੁੱਖ ਤਕਲੀਫਾਂ ਸਪਸ਼ਟ ਨਜ਼ਰ ਆਉਣਗੇ, ਸ਼ਾਇਦ ਤੈਨੂੰ ਆਪਣੇ ਆਪੇ ਦਾ ਵੀ ਚੇਤਾ ਆ ਜਾਵੇ, ਤੇ ਤੂੰ ਜਿਉਣ ਦਾ ਚੱਜ ਮਕਸਦ ਸਿੱਖ ਜਾਵੇਂ। ਆਪਣੇ ਆਪ ਨੂੰ ਭੁੱਲ ਕੇ ਲੱਭਣਾ ਬੜਾ ਔਖਾ ਹੁੰਦਾ ਹੈ, ਪਰ ਅਸੰਭਵ ਨਹੀਂ ਹੁੰਦਾ। ਆਪਣੇ ਆਪ ਨੂੰ ਭੁੱਲ ਕੇ ਲੱਭਣਾ ਬੜਾ ਔਖਾ ਹੁੰਦਾ ਹੈ, ਪਰ ਅਸੰਭਵ ਨਹੀਂ ਹੁੰਦਾ। ਯਤਨ ਕਰਨ ਵਾਲਿਆਂ ਨੇ ਹੀ ਵਗਦੀ ਹਵਾ ਨੂੰ ਫੜਿਆ ਹੈ, ਬੇਰੋਕ ਪਾਣੀਆਂ ਨੂੰ ਬੰਨ ਮਾਰੇ, ਰੰਕਾਂ ਨੂੰ ਰਾਜੇ ਬਣਾਇਆ, ਹੇਠਲੀ ਉੱਤੇ ਕੀਤੀ, ਔਖੀਆਂ ਮੰਜ਼ਲਾਂ ਉੱਤੇ ਪੈਰ ਧਰੇ, ਸੁਪਨਿਆਂ ਨੂੰ ਰੁਲਣ ਨਹੀਂ ਦਿੱਤਾ। ਇਹ ਵੀ ਭੁੱਲ ਨਾ ਜਾਵੀਂ, ਸੁਪਨੇ ਕਦੇ ਮਰਦੇ ਵੀ ਨਹੀਂ ਹੁੰਦੇ। ਯਾਦ ਰੱਖੀ, ਮੈਲੇ ਹੋ ਗਏ ਮਨਾਂ ਦੇ ਅੰਦਰ, ਨਿਰਮਲਤਾ ਨਹੀਂ ਉਗਦੀ। ਆਪਣੇ ਆਪ ਲਈ ਜਿਉਣ ਵਾਲੇ ਕਿਸੇ ਦੂਜੇ ਦਾ ਨਹੀਂ ਸੋਚਦੇ, ਬੇਗਾਨੇ ਨੂੰ ਵੀ ਆਪਣਾ ਜਾਣਨ ਵਾਲੇ, ਉਸ ਦੀ ਪੀੜ ਦਾ ਅਹਿਸਾਸ ਹੰਢਾਉਣ ਵਾਲੇ, ਜ਼ਿੰਦਗੀ ਵਾਸਤੇ ਜਿਉਣ ਵਾਲੇ, ਲਗਾਤਾਰ ਸੰਘਰਸ਼ ਕਰਨ ਵਾਲੇ, ਕਦੇ ਵੀ ਹਾਰਦੇ ਨਹੀਂ ਹੁੰਦੇ। ਸਮੇਂ ਦੇ ਸ਼ਾਹ ਅਸਵਾਰ ਸਿਕੰਦਰ ਮਹਾਨ ਅੱਗੇ ਪੋਰਸ ਬਣ ਕੇ ਖੜਨਾ ਇਤਿਹਾਸ ਬਣ ਜਾਂਦਾ ਹੈ। ਕੀ ਬਾਤ, ਬਿਲਕੁਲ। ਸਮੇਂ ਦੇ ਸ਼ਾਹ ਅਸਵਾਰ ਅੱਗੇ ਸਿਕੰਦਰ ਮਹਾਨ ਅੱਗੇ ਪੋਰਸ ਬਣ ਕੇ ਖੜਨਾ ਇਤਿਹਾਸ ਬਣ ਜਾਂਦਾ ਹੈ। ਅੱਗੇ ਆਉਣ ਵਾਲੀਆਂ ਨਸਲਾਂ ਵਾਸਤੇ ਮਾਣ ਮੱਤਾ ਇਤਿਹਾਸ, ਜੋ ਭਵਿੱਖ ਨੂੰ ਰਚਨਾਉਣ ਲਈ ਚਾਲਕ ਸ਼ਕਤੀ ਹੋ ਨਿਬੜਦਾ ਹੈ, ਤੇ ਵਰਤਮਾਨ ਉਸ ਦਾ ਯੁੱਧ ਖੇਤਰ ਬਣ ਜਾਂਦਾ ਹੈ। ਇਤਿਹਾਸ ਸਦਾ ਹੀ ਰੂਪ ਬਦਲਦਾ ਤੇ ਪ੍ਰੇਰਨਾ ਬਣਦਾ ਹੈ, ਜਿਸ ਦੇ ਸਦਕਾ ਸਮੇਂ ਦਾ ਪਹੀਆ ਅੱਗੇ ਤੁਰਦਾ ਹੈ। ਅਸੀਂ ਜਦੋਂ ਵੀ ਡਿੱਗੇ ਉੱਠੇ ਹਾਂ, ਅਸੀਂ ਜਿਉਂਦੇ ਜਾਗਦੇ ਉੱਠੇ ਹਾਂ। ਅਸੀਂ ਜਦੋਂ ਵੀ ਡਿੱਗੇ ਉੱਠੇ ਹਾਂ, ਅਸੀਂ ਜਿਉਂਦੇ, ਅਸੀਂ ਜਾਗਦੇ, ਜਦੋਂ ਵੀ ਡਿੱਗੇ ਤਾਂ ਅਸੀਂ ਫੇਰ ਉੱਠਾਂਗੇ, ਅੱਗੇ ਵਧਾਂਗੇ ਸਾਬਤ ਕਦਮੀ। ਅਜਿਹਾ ਕਈ ਵਾਰ ਹੋਇਆ ਹੈ, ਜਾਂ ਕਹੀਏ ਬਹੁਤ ਵਾਰ ਹੋਇਆ ਹੈ। ਇਤਿਹਾਸ ਇਹੀ ਦੱਸਦਾ ਹੈ, ਇਹ ਫੇਰ ਹੋਵੇਗਾ, ਤੂੰ ਵੀ ਦੇਖੇਗਾ, ਜ਼ਮਾਨਾ ਵੀ ਦੇਖੇਗਾ। ਅਸੀਂ ਸਮੁੱਚੀ ਲੁਕਾਈ ਦਾ ਅੰਗ ਹਾਂ, ਹਾਰ ਸਾਡਾ ਨਸੀਬ ਹੋ ਹੀ ਨਹੀਂ ਸਕਦੀ, ਕਿਉਂਕਿ ਅਸੀਂ ਹਾਰਿਆਂ ਵਿੱਚੋਂ ਨਹੀਂ, ਅਸੀਂ ਹਾਰਿਆਂ ਵਿੱਚੋਂ ਨਹੀਂ। ਧੰਨਵਾਦ ਜੀ। ਬਹੁਤ ਅੱਛੇ, ਬਹੁਤ ਗੰਭੀਰ ਕਵਿਤਾ ਸੀ ਤੁਹਾਡੀ। ਇਹੋ ਜਿਹੀਆਂ ਕਵਿਤਾਵਾਂ ਦੀ ਸਾਨੂੰ ਜ਼ਰੂਰਤ ਹੈ, ਤਾਂ ਕਿ ਸਾਡੇ ਅੰਦਰ ਇੱਕ ਨਵੀਂ ਕਿਸਮ ਦਾ ਜਿਹੜਾ ਆਸ਼ਾਵਾਦ ਹੈ ਉਹ ਪੈਦਾ ਹੋ ਸਕੇ, ਕਿਉਂਕਿ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਇਸ ਤੋਂ ਬਾਅਦ ਆਪਾਂ ਫਿਰ ਇੱਕ ਵਾਰੀ ਭਾਰਤ ਵੱਲ ਆਉਣੇ ਆ, ਆਪਾਂ ਚੱਲਦੇ ਹਾਂ ਬਰਨਾਲੇ ਵੱਲ ਤੇ ਮਿਲਦੇ ਹਾਂ ਤਰਸਪਾਲ ਨੂੰ। ਤਰਸਪਾਲ ਪੰਜਾਬੀ ਦੀ ਕਵਿਤਰੀ ਵੀ ਹੈ, ਤੇ ਪੰਜਾਬੀ ਦੀ ਨਾਟਕਕਾਰਾ ਵੀ ਹੈ, ਤੇ ਪੰਜਾਬੀ ਦੀ ਕਹਾਣੀਕਾਰਾ ਵੀ ਹੈ। ਬਹੁਤ ਸਾਰੇ ਪੱਖ ਨੇ ਉਹਨਾਂ ਦੀ ਪਰਸਨੈਲਿਟੀ ਦੇ। ਉਹਨਾਂ ਦੀ ਨਾਟਕਾਂ ਦੀ ਕਿਤਾਬ ਆਈ ਹੈ ਧਿਰਕ ਤਿੰਨਾਂ ਦਾ ਜੀਵਣਾ, ਕਹਾਣੀਆਂ ਦੀ ਕਿਤਾਬ ਲਸਣਾ ਵਾਲਾ ਪਰਦਾ, ਆਲੋਚਨਾ ਦੀ ਕਿਤਾਬ ਪੰਜਾਬੀ ਨਾਟਕ ਤੇ ਅੰਗਰੇਜ਼ੀ ਨਾਟਕ ਦੇ ਅੰਤਰ ਸੰਬੰਧ, ਕਵਿਤਾਵਾਂ ਦੀਆਂ ਕਿਤਾਬਾਂ ਮੇਰੇ ਗੀਤ, ਕੁਝ ਬੰਦੇ ਤੇਰੇ ਮੁਲਕ ਦੇ, ਕੁਝ ਬੰਦੇ ਮੇਰੇ ਮੁਲਕ ਦੇ, ਗੁਮਨਾਮ ਹੈ ਵਤਨ, ਕੱਤਕ ਕੁੰਜਾਂ, ਜੰਗ ਦੇ ਸਾਏ, ਕਿੰਜ ਮੰਡਰਾਏ। ਸੋ ਬਹੁਤ ਸਾਰਾ ਕੰਮ ਹੈ ਤਰਸਪਾਲ ਦਾ। ਛੋਟੀਆਂ ਛੋਟੀਆਂ ਕਵਿਤਾਵਾਂ ਗਾਉਂਦੀ ਵੀ ਹੈ ਤੇ ਲਿਖਦੀ ਵੀ ਹੈ। ਮੇਰੇ ਕੋਲੇ ਦਰਿਆ ਜਿਹਾ ਦਿਲ ਨਹੀਂ ਸੀ ਕਿ ਆਪੇ ਨੂੰ ਮਿਟਾ ਕੇ ਉਫ ਨਾ ਕਰਾਂ, ਤੇ ਨਾ ਹੀ ਮੇਰੇ ਕੋਲ ਸਾਗਰ ਜਿਹਾ ਹਿਰਦਾ ਕਿ ਮੇਰੇ ਵਿੱਚ ਮਿਟਣ ਵਾਲੇ ਨੂੰ ਮੈਂ ਵਿਸਾਰ ਦੇਵਾਂ। ਦੇਖੋ ਤਾਂ ਸਭ ਦੀ ਹੁੰਦੀ ਹੈ ਦੂਰੀ ਭੂਮਿਕਾ। ਇਸ ਦੂਰੀ ਭੂਮਿਕਾ ਦੇ ਅਰਥਾਂ ਨੂੰ ਸਾਕਾਰ ਕਰਨਗੇ ਆਪਣੇ ਸਾਹਮਣੇ ਤਰਸਪਾਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। डॉक्टर साहब सत श्री अकाल। डॉक्टर कुलदीप जी, मेरी आवाज आ रही है जी? हाँ जी, हाँ जी, हाँ जी, जी आ रही है जी, आ रही। हाँ जी, शुक्रिया जी। मैं सोचा सी ये नज़म कह रहे हैं मेरे को दरिया जिहा दिल नहीं सी, पर तुसी कह देती है, सो बहुत शुक्रिया। सो मैं अपनी नज़म कह रही हूं एहसास जी। नीमे
ਆਪਣੇ ਪਰਛਾਵੇਂ ਸੰਗ ਖੇਡ ਕੇ ਆਪਣੇ ਘਰ ਵੜਦਾ ਹਾਂ। ਆਵਾਜ਼ ਦੀ ਕਲੈਰਿਟੀ ਘੱਟ ਹੈ ਤਰਸਪਾਲ। आवाज नहीं आ रही जी, साफ ਮਾਈਕ नहीं आ ਨੇੜੇ रही। ਕਰ ਲਓ। ਜਾਂ ਤਾਂ ਮਾਈਕ ਨੇੜੇ ਕਰ ਲਓ ਜਾਂ ਲਾ ਦੋ, ਉਤਾਰ ਦੋ ਜਿਹੜੇ ਈਅਰਫੋਨ ਲੱਗੇ ਨੇ। ਓਕੇ, आवाज साफ नहीं आ रही। ਹੁਣ ਬੋਲ ਕੇ ਦੇਖੋ। ਨੀ ਮੈਂ ਆਪਣੇ ਨਹੀਂ। ਪਰਛਾਵੇਂ ਸੰਗ ਨਹੀਂ, ਹੁਣ ਖੇਡ ਵੀ ਨਹੀਂ ਕੇ ਆ ਰਹੀ, ਹੁਣ ਵੀ ਨਹੀਂ ਆ ਮਾਈਕ ਰਹੀ। ਨੂੰ ਮਰੇ ਕਰ ਲਓ ਨਾ। ਘੱਟ ਆ ਰਹੀ। ਈਅਰਫੋਨ ਲਾ ਕੇ ਫਿਰ ਮੂੰਹ ਦੇ ਨੇੜੇ ਕਰੋ ਈਅਰਫੋਨ ਨੂੰ। ਇੰਜ ਜੀਣ ਦਾ ਹੀਲਾ ਕਰਦਾ ਹਾਂ। ਤਰਸਪਾਲ ਆਵਾਜ਼ ਨਹੀਂ ਕਲੀਅਰ ਤੁਹਾਡੀ। ਬੜੀਆਂ ਮਸਾਣਾ ਦੀ ਰਾਖ ਫੜ ਕਦੇ ਤਰਸਪਾਲ ਕੁੜੀ ਦੇ ਮੱਥੇ ਤੇ ਮਰਦਾ ਹਾਂ। आवाज नहीं आ रही। ਪੱਥਰ ਪੁਰਾਣੇ ਚ ਕਦੇ ना जी ना। ਕਿਸੇ ਤਰਸਪਾਲ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈਗੀ। मैंने कहा आवाज सुन दी नहीं, उन्होंने आवाज नहीं सुन दी, उन्होंने ईयरफोन ला के सुन भी नहीं रही। ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਕਦੀ ਬਾਗ ਰੋਲੇ ਲਈ ਨੱਠ ਮੈਂ ਉੜਦੇ ਖੰਭਾਂ ਨੂੰ ਫੜ ਮੁੱਠੀ ਮੇਟ ਸੁਪਨੇ ਜੜਦਾ ਹਾਂ। ਇੰਦਰ ਧਨੁਸ਼ੀ ਕਿਆਸੇ ਚਿੱਤਰਾਂ ਚੋਂ ਮੈਂ ਰੀਸਾਂ ਦੇ ਰੰਗ ਭਰਦਾ ਹਾਂ। ਰੀਝਾਂ ਨੀ ਦੇ ਮੈਂ ਰੰਗ ਭਰਦਾ ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਹੂੰ। ਨੀ ਉਹ ਟਿੱਲੇ ਵਾਲਾ ਫੱਕਰ ਮੇਰੇ ਨਾਲ ਗੱਲਾਂ ਕਰਦਾ ਏ। ਮੇਰੇ ਮੱਥੇ ਉਤਲੇ ਚੰਨ ਦੀ ਮੈਨੂੰ ਰੋਜ਼ ਕਹਾਣੀ ਦੱਸਦਾ ਏ। ਇੰਜ ਬੇਕੀਆਂ ਟੇਡੀਆਂ ਬੀਆਂ ਚੋਂ ਨੀ ਮੈਂ ਕੋਈ ਰਹਿਬਰ ਤੱਕਦਾ ਹਾਂ। ਨੀ ਮੈਂ ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਮਸੀਤੋਂ ਅੱਲਾਹੂ ਅਕਬਰ ਸੁਣਦਾ ਹਾਂ। ਫਿਰ ਮੰਦਰ ਦੀ ਘੰਟੀ ਵੱਜਦੀ ਏ। ਕਿਸੇ ਤਾਨ ਇਲਾਹੀ ਚੋਂ ਇੱਕ ਤੂੰ ਹੀ ਤੂੰ ਸੁਣਦਾ ਹਾਂ। ਮੈਂ ਕੁੱਲ ਮਾਲਕ ਦੇ ਵਰਤਾਵੇ ਨੂੰ ਲੱਖ ਲੱਖ ਸਿਜਦਾ ਕਰਦਾ ਹਾਂ। ਨੀ ਮੈਂ ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਆਪਣੇ ਘਰ ਵੜਦਾ। ਨੀ ਦਿਲ ਚੋਰੀ ਕਰਦਾ ਏ। ਨੀ ਦਿਲ ਚੋਰੀ ਕਰਦਾ ਏ। ਮੈਂ ਸਾਂਵਰੇ ਸੱਜਣ ਨੂੰ ਕਦੇ ਚੋਰੀ ਤੱਕਦਾ ਹਾਂ। ਜਦ ਸੱਜਣ ਤੱਕਦੇ ਨੇ ਫਿਰ ਕਿਸੇ ਬਹਾਨੇ ਮੈਂ ਫੜ ਪੁਤਲੀ ਨੂੰ ਮਲਦਾ ਹਾਂ। ਨੀ ਮੈਂ ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਨੀ ਮੈਂ ਆਪਣੇ ਪਰਛਾਵੇਂ ਸੰਗ ਖੇਡ ਆਪਣੇ ਘਰ ਵੜਦਾ ਹਾਂ। ਆ ਰਹੀ ਹੈ ਜੀ ਆਵਾਜ਼ ਡਾਕਟਰ ਸਾਹਿਬ? ਨਹੀਂ ਨਹੀਂ ਤਰਸਪਾਲ, ਘੱਟ ਆ ਰਹੀ ਹੈ, ਬਹੁਤ ਘੱਟ ਆ ਰਹੀ ਹੈ। ਤੁਸੀਂ ਦੁਬਾਰੇ ਲਾਓ ਈਅਰਫੋਨ, ਦੁਬਾਰੇ ਲਾਓ। ਉਨੀ ਦੇਰ ਨੈਕਸਟ ਕਰ ਲਓ। ਸੋ ਮੇਰੀ ਅਗਲੀ ਨਜ਼ਮ ਹੈ। ਈਅਰਫੋਨ ਲਾ ਕੇ ਥੋੜਾ ਜਿਹਾ ਨੇੜੇ ਕਰ ਲਓ, ਮਾਈਕ ਨੇੜੇ ਕਰ ਲਓ ਤੇ ਈਅਰਫੋਨ ਦਾ। ਓਕੇ ਘੱਟ ਆ ਰਹੀ ਹੈ ਆਵਾਜ਼ ਤੁਹਾਡੀ। ਤੇ ਮਾਈਕ ਨੇੜੇ ਕਰ ਲਓ ਜੀ। ਜੀ। ਮੇਰੀ ਗਜ਼ਲ ਹੈ। ਤੇਰੀ ਵੀ ਕਹਾਣੀ ਨਹੀਂ ਆ ਰਹੀ। ਤਰਸਪਾਲ ਆਵਾਜ਼ ਨਹੀਂ ਤੁਹਾਡੀ ਆ ਰਹੀ। ਕਿਸੇ ਨੂੰ ਵੀ ਨਹੀਂ ਸੁਣਾਈ ਦੇ ਰਹੀ। ਨਹੀਂ ਆਵਾਜ਼। ਤੁਸੀਂ ਇੱਕ ਵਾਰੀ ਈਅਰਫੋਨ ਜਾਂ ਤਾਂ ਬਦਲ ਕੇ ਦੇਖੋ, ਕੋਈ ਪ੍ਰੋਬਲਮ ਹੈ ਕਿਤੇ ਤੁਹਾਡੀ ਸਾਊਂਡ ਦੇ ਵਿੱਚ। ਉਹਨਾਂ ਚਿਰ ਨੈਕਸਟ ਕਰ। ਆਪਾਂ ਇੱਕ ਵਾਰੀ ਅਗਲੇ ਕਵੀ ਨੂੰ ਸੁਣਦੇ ਹਾਂ, ਤੁਸੀਂ ਇੱਕ ਵਾਰੀ ਚੈੱਕ ਕਰੋ। ਇਸ ਤੋਂ ਅਗਲੇ ਕਵੀ ਨੇ ਸਾਡੇ ਕੋਲ ਸਤੀਸ਼ ਗੁਲਾਟੀ ਜੀ। ਹੁਣ ਆ ਰਹੀ ਹੈ ਜੀ? ਹੁਣ ਆਈ ਹੈ। ਤੇਰੀ ਵੀ ਕਹਾਣੀ ਤੇ ਮੇਰੀ ਵੀ ਕਹਾਣੀ। ਠੀਕ ਆ ਗਈ ਹੈ। ਤੇਰੀ ਵੀ ਇਹ ਕਹਾਣੀ ਤੇ ਮੇਰੀ ਵੀ ਇਹ ਕਹਾਣੀ। ਲੱਗਦਾ ਹੈ ਹਰ ਇੱਕ ਨੇ ਸੇਜ ਕੰਡਿਆਂ ਦੀ ਹੈ ਮਾਣੀ।
ਤੇਰੀ ਵੀ ਹੈ ਕਹਾਣੀ ਤੇ ਇਹ ਮੇਰੀ ਵੀ ਹੈ ਕਹਾਣੀ, ਲੱਗਦਾ ਹਰ ਇੱਕ ਨੇ ਸੇਜ ਕੰਡਿਆਂ ਦੀ ਹੈ ਮਾਣੀ। ਮੈਂ ਵਾਅਦਿਆਂ ਨੂੰ ਹਵਾ 'ਚ ਬਦਲਦੇ ਵੇਖਿਆ, ਮੈਂ ਵਾਅਦਿਆਂ ਨੂੰ ਹਵਾ 'ਚ ਬਦਲਦੇ ਵੇਖਿਆ, ਤੋਂ ਰਹੀ ਪਾੜਿਆਂ ਦੀ ਵਾਂਡੇ ਕਹਾਣੀ, ਅਜ਼ਲਾਂ ਤੋਂ ਰਹੀ ਪਾੜਿਆਂ ਦੀ ਵਾਂਡੇ ਕਹਾਣੀ। ਵੈਰ ਸਾਹਿਲ ਦਾ ਸੀ ਜਾਂ ਦਿਲ ਲਗੀ ਲਹਿਰਾਂ ਦੀ, ਵੈਰ ਸਾਹਿਲ ਦਾ ਸੀ ਜਾਂ ਦਿਲ ਲਗੀ ਲਹਿਰਾਂ ਦੀ, ਪਤਾ ਹੀ ਨਾ ਚੱਲਿਆ ਕਦ ਡੁਬੋ ਗਿਆ ਪਾਣੀ। ਅੱਛਾ, ਬਹੁਤ ਅੱਛਾ। ਵੈਰ ਸਾਹਿਲ ਦਾ ਸੀ ਜਾਂ ਦਿਲ ਲਗੀ ਲਹਿਰਾਂ ਦੀ, ਪਤਾ ਹੀ ਨਾ ਚੱਲਿਆ ਕਦ ਡੁਬੋ ਗਿਆ ਪਾਣੀ। ਇਹ ਮਸਤੀ 'ਚ ਵਹਿੰਦੇ ਜਾਂ ਭਟਕਦੇ ਦਰਿਆ ਨੇ, ਇਹ ਮਸਤੀ 'ਚ ਵਹਿੰਦੇ ਜਾਂ ਭਟਕਦੇ ਦਰਿਆ ਨੇ, ਇਸ ਵਹਿਣ ਦੀ ਹੈ ਗਾਥਾ ਵੀ ਕਿਸਨੇ ਹੈ ਜਾਣੀ, ਇਸ ਵਹਿਣ ਦੀ ਹੈ ਗਾਥਾ ਵੀ ਕਿਸਨੇ ਹੈ ਜਾਣੀ। ਬਹੁਤ ਅੱਛਾ। ਰੁੱਤਾਂ ਹੁਣ ਚੁੱਪ ਨੇ, ਦੇਹਲੀ ਵੀ ਸਮਝ ਗਈ, ਰੁੱਤਾਂ ਹੁਣ ਚੁੱਪ ਨੇ, ਦੇਹਲੀ ਵੀ ਸਮਝ ਗਈ, ਇਹਨਾਂ ਹੱਥਾਂ ਤੇ ਵੀ ਮਹਿੰਦੀ ਹੈ ਕਿਸਨੇ ਰਚਾਣੀ, ਇਹਨਾਂ ਹੱਥਾਂ ਤੇ ਵੀ ਮਹਿੰਦੀ ਹੈ ਕਿਸਨੇ ਰਚਾਣੀ। ਤੇਰੀ ਵੀ ਕਹਾਣੀ ਤੇ ਮੇਰੀ ਵੀ ਕਹਾਣੀ, ਲੈ ਜਾਵੇ ਜੇ ਮੇਰੇ ਸ਼ਹਿਰ ਦੀਆਂ ਬਲਾਵਾਂ ਕੋਈ, ਲੈ ਜਾਵੇ ਮੇਰੇ ਸ਼ਹਿਰ ਦੀਆਂ ਬਲਾਵਾਂ ਜੇ ਕੋਈ, ਸੁਲਝਾ ਦੇਵੇ ਕੋਈ ਆ ਨਫ਼ਰਤਾਂ ਦੀ ਤਾਣੀ। ਇਹ ਤੇਰੀ ਵੀ ਕਹਾਣੀ ਤੇ ਮੇਰੀ ਵੀ ਕਹਾਣੀ। ਮੈਂ ਵਾਅਦਿਆਂ ਨੂੰ ਹਵਾ 'ਚ ਬਦਲਦੇ ਵੇਖਿਆ, ਅਜ਼ਲਾਂ ਤੋਂ ਰਹੀ ਪਾੜਿਆਂ ਦੀ ਵਾਂਡੇ ਕਹਾਣੀ, ਅਜ਼ਲਾਂ ਤੋਂ ਰਹੀ ਪਾੜਿਆਂ ਦੀ ਵਾਂਡੇ ਕਹਾਣੀ। ਬਹੁਤ ਸ਼ੁਕਰੀਆ ਜੀ। ਬਹੁਤ ਅੱਛਾ, ਬਹੁਤ ਧੰਨਵਾਦ ਤਰਸਪਾਲ। ਪਹਿਲੀ ਤੁਹਾਡੀ ਰਚਨਾ ਦੇ ਵਿੱਚ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਰਹੀ, ਦੂਜੀ ਰਚਨਾ ਦੇ ਵਿੱਚ ਤੁਹਾਡੀ ਆਵਾਜ਼ ਠੀਕ ਸੀ। ਬਹੁਤ ਬਹੁਤ ਸ਼ੁਕਰੀਆ। ਤੇ ਮਿਲਦੇ ਆਪਾਂ ਸਤੀਸ਼ ਗੁਲਾਟੀ ਹੋਰਾਂ ਨੂੰ। ਸਤੀਸ਼ ਗੁਲਾਟੀ ਜੀ, ਧੰਨਵਾਦ ਜੀ, ਧੰਨਵਾਦ। ਸਤੀਸ਼ ਗੁਲਾਟੀ ਜੀ ਹੋਰਾਂ ਦੀਆਂ ਤਿੰਨ ਕਿਤਾਬਾਂ ਨੇ, ਚੁੱਪ ਦੇ ਖਿਲਾਫ, ਚੁੱਪ ਦੇ ਅੰਦਰ ਬਾਹਰ, ਚੁੱਪ ਨਦੀ ਤੇ ਮੈਂ, ਤੇ ਕੁਝ ਇੱਕ ਕਿਤਾਬ ਨਮੂਨੇ ਵਜੋਂ ਗਜ਼ਲਾਂ ਦੇ ਕੁਝ ਸ਼ੇਅਰ ਨੇ। ਇੱਕ ਇਹਨਾਂ ਦਾ ਸ਼ੇਅਰ ਹੈ ਕਿ ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ, ਨਦੀ ਦੀ ਤੂਰ ਦੱਸ ਦਿੰਦੀ ਹੈ ਕਿ ਉਹ ਕਿੰਨੀ ਗਹਿਰੀ ਹੈ, ਨਦੀ ਦੀ ਤੂਰ ਦੱਸ ਦਿੰਦੀ ਹੈ ਉਹ ਕਿੰਨੀ ਗਹਿਰੀ ਹੈ। ਆਓ ਜੀ ਸਤੀਸ਼ ਗੁਲਾਟੀ ਜੀ। ਆਜੋ ਗੁਲਾਟੀ ਸਾਹਿਬ ਜੀ, ਆਇਆਂ ਨੂੰ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਕੁਲਦੀਪ ਸਿੰਘ ਦੀਪ ਜੀ ਤੇ ਡਾਕਟਰ ਸਰਬਜੀਤ ਕੌਰ ਸੋਹਲ ਜੀ। ਸਵਾਗਤ ਜੀ। ਪੰਜਾਬ ਸਾਹਿਤ ਅਕੈਡਮੀ ਵੱਲੋਂ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ, ਬਹੁਤ ਵੱਡਾ ਉਪਰਾਲਾ ਹੈ। ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਕਰੋਨਾ ਯੁੱਗ ਦੇ ਵਿੱਚ, ਜਦੋਂ ਅਸੀਂ ਇਕੱਠੇ ਹੋ ਰਹੇ ਹਾਂ ਤੇ ਸਾਡੇ ਕੋਲੇ ਹੋਰ ਕੋਈ ਸੋਰਸ ਨਹੀਂ ਰਹਿ ਗਿਆ ਤੇ ਅਸੀਂ ਜ਼ੂਮ ਦੇ ਰਾਹੀਂ ਇੱਕ ਦੂਜੇ ਨੂੰ ਮਿਲ ਰਹੇ ਹਾਂ, ਵੈਬ ਰਾਹੀਂ ਮਿਲ ਰਹੇ ਹਾਂ। ਸੋ ਕੁਝ ਦੋ ਗਜ਼ਲਾਂ ਦੇ ਤੁਹਾਡੇ ਨਾਲ ਸ਼ੇਅਰ ਮੈਂ ਸਾਂਝੇ ਕਰਦਾ। ਇਰਸ਼ਾਦ। ਕਿ ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲਦੇ ਨੇ। ਅੱਛਾ। ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲਦੇ ਨੇ। ਵਾਹ ਜੀ ਵਾਹ। ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ ਚੋਂ ਬੋਲਦੇ ਨੇ। ਵਾਹ। ਅੱਛਾ। ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲਦੇ ਨੇ। ਆ ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ ਚੋਂ ਬੋਲਦੇ ਨੇ। ਮਿਲਾ ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ ਚੋਂ ਬੋਲਦੇ ਨੇ। ਔਰ ਹਰੇਕ ਪੁਸਤਕ ਦੀ ਜੂਹ ਅੰਦਰ ਜਦੋਂ ਵੀ ਜਾਂਦਾ ਹਾਂ ਤਾਂ ਉਹ ਆਖੇ, ਹਰੇਕ ਪੁਸਤਕ ਦੀ ਜੂਹ ਅੰਦਰ ਜਦੋਂ ਵੀ ਜਾਂਦਾ ਹਾਂ ਤਾਂ ਉਹ ਆਖੇ, ਤੂੰ ਸਿਰਫ ਸ਼ਬਦਾਂ ਦੀ ਆਵਾਜ਼ ਨਾ ਸੁਣ, ਇਹ ਕੋਰੇ ਵਰਕੇ ਵੀ ਬੋਲਦੇ ਨੇ। ਬਹੁਤ ਅੱਛਾ। ਸਿਰਫ ਸ਼ਬਦਾਂ ਦੀ ਆਵਾਜ਼ ਨਾ ਸੁਣ, ਇਹ ਕੋਰੇ ਵਰਕੇ ਵੀ ਬੋਲਦੇ ਨੇ। ਔਰ ਅਜੀਬ ਕਾਗਜ਼ ਚੋਂ ਮਹਿਕ ਉੱਠਦੀ, ਅਜੀਬ ਕਾਗਜ਼ ਦੀ ਚੀਸ ਸੁਣਦਾ, ਅਜੀਬ ਕਾਗਜ਼ ਚੋਂ ਮਹਿਕ ਉੱਠਦੀ, ਅਜੀਬ ਕਾਗਜ਼ ਦੀ ਚੀਸ ਸੁਣਦਾ। ਕਦੇ ਫਰੋਲਾ ਮੈਂ ਨਕਸ਼ ਇਸਦੇ,
ਕਦੇ ਇਹ ਮੈਨੂੰ ਫਰੋਲਦੇ ਨੇ। ਵਾਹ 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 ਵਾਹ, ਬਹੁਤ ਅੱਛਾ। ਅਜੀਬ ਕਾਗਜ਼ ਦੀ ਮਹਿਕ ਉੱਠਦੀ, ਅਜੀਬ ਕਾਗਜ਼ ਚੋਂ ਚੀਸ ਸੁਣਦੀ, ਕਦੇ ਫਰੋਲਾ ਮੈਂ ਨਕਸ਼ ਇਸਦੇ, ਕਦੇ ਇਹ ਮੈਨੂੰ ਫਰੋਲਦੇ ਨੇ। ਵਾਹ ਵਾਹ ਗੁਲਾਟੀ ਸਾਹਿਬ, ਬਹੁਤ ਫਰੋਲਾ ਅੱਛੇ, ਮੈਂ ਨਕਸ਼ ਇਸਦੇ, ਕਦੇ ਇਹ ਮੈਨੂੰ ਫਰੋਲਦੇ ਨੇ। ਬਹੁਤ ਅੱਛੇ। ਔਰ ਇੱਕ ਸ਼ੇਰ ਸਾਡੇ ਲੁਧਿਆਣੇ ਚ ਸਾਡੇ ਜਨਰਲ ਸੈਕਟਰੀ ਹੋਇਆ ਕਰਦੇ ਸੀ ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਜੀ, ਉਹਨਾਂ ਨੂੰ ਡੈਡੀਕੇਟ ਕੀਤਾ ਇੱਕ ਸ਼ੇਰ, ਦੇਖਿਆ ਜੀ ਇਸ ਰੰਗ ਦੇ ਵਿੱਚ। ਉਹ ਬੇਪਛਾਣੇ ਦੇ ਬੋਲ ਸੁਣ ਕੇ ਪਛਾਣ ਲੈਂਦੇ ਸੀ ਚੀਮਾ ਸਾਹਿਬ। ਪਛਾਣੇ ਦੇ ਬੋਲ ਸੁਣ ਕੇ ਪਛਾਣ ਲੈਂਦੇ ਸੀ ਚੀਮਾ ਸਾਹਿਬ, ਜ਼ਿਲ੍ਹਾ ਹੈ ਕਿਹੜਾ, ਤਹਿਸੀਲ ਕਿਹੜੀ, ਇਹ ਕਿਸ ਇਲਾਕੇ ਦੇ ਕੋਲ ਦੇ ਨੇ। ਬੇਪਛਾਣੇ ਦੇ ਬੋਲ ਸੁਣ ਕੇ, ਉਹ ਬੇਪਛਾਣੇ ਦੇ ਬੋਲ ਸੁਣ ਕੇ ਪਛਾਣ ਲੈਂਦੇ ਸੀ ਚੀਮਾ ਸਾਹਿਬ, ਜ਼ਿਲ੍ਹਾ ਹੈ ਕਿਹੜਾ, ਤਹਿਸੀਲ ਕਿਹੜੀ, ਇਹ ਕਿਸ ਇਲਾਕੇ ਦੇ ਕੋਲ ਦੇ ਨੇ। ਜ਼ਿਲ੍ਹਾ ਹੈ ਕਿਹੜਾ, ਤਹਿਸੀਲ ਕਿਹੜੀ, ਇਹ ਕਿਸ ਇਲਾਕੇ ਦੇ ਕੋਲ ਦੇ ਨੇ। ਔਰ ਆਖਰੀ ਸ਼ੇਰ ਇਸ ਗਜ਼ਲ ਦਾ ਕਿ ਅਨੇਕ ਥੇਹਾਂ ਦੇ ਗਰਭ ਅੰਦਰ ਨਿਵਾਸ ਕੋਈ ਤਾਂ ਕਰ ਰਿਹਾ ਹੈ, ਅਨੇਕ ਥੇਹਾਂ ਦੇ ਗਰਭ ਅੰਦਰ ਨਿਵਾਸ ਕੋਈ ਤਾਂ ਕਰ ਰਿਹਾ ਹੈ। ਬੜੇ ਹੀ ਕਿੱਸੇ ਸੁਨੇਤ ਦੇ ਨੇ, ਬੜੇ ਹੀ ਕਿੱਸੇ ਸੰਗੋਲ ਦੇ ਨੇ। ਅਨੇਕ ਥੇਹਾਂ ਦੇ ਗਰਭ ਅੰਦਰ ਨਿਵਾਸ ਕੋਈ ਤਾਂ ਕਰ ਰਿਹਾ ਹੈ, ਬੜੇ ਹੀ ਕਿੱਸੇ ਸੁਨੇਤ ਦੇ ਨੇ, ਬੜੇ ਹੀ ਕਿੱਸੇ ਸੰਗੋਲ ਦੇ ਨੇ। ਉਹ ਦਿਲ ਦੇ ਬੂਹੇ ਤੇ ਦਿੰਦੇ ਦਸਤਕ, ਕਿਵਾੜ ਮਨ ਦੇ ਵੀ ਖੋਲਦੇ ਨੇ, ਹਿਲਾ ਕੇ ਰੱਖਦੇ ਵਜੂਦ ਸਾਰਾ, ਜੋ ਸ਼ਬਦ ਮੱਥੇ ਚੋਂ ਬੋਲਦੇ ਨੇ। ਦੂਸਰੀ ਗਜ਼ਲ ਦੇ ਨਾਲ ਹਾਜ਼ਰੀ ਲਵਾ ਰਿਹਾ ਹੈ, ਦੇਖਣਾ ਦਰਸ਼ਨ ਪੁੱਤਰ ਜੀ ਕਿ ਇਕੱਲਾ ਤੂੰ ਨਹੀਂ ਮਿਲਿਆ ਮਹਿਜ਼ ਸਦਮੇ ਦੇ ਵਿੱਚ ਮੈਨੂੰ। ਇਕੱਲਾ ਤੂੰ ਨਹੀਂ ਮਿਲਿਆ ਮਹਿਜ਼ ਸਦਮੇ ਦੇ ਵਿੱਚ ਮੈਨੂੰ, ਇਹ ਸਾਰਾ ਵਿਸ਼ਵ ਹੀ ਲੱਗਦਾ ਪਿਆ ਖਤਰੇ ਦੇ ਵਿੱਚ ਮੈਨੂੰ। ਇਕੱਲਾ ਤੂੰ ਨਹੀਂ ਮਿਲਿਆ ਮਹਿਜ਼ ਸਦਮੇ ਦੇ ਵਿੱਚ ਮੈਨੂੰ, ਇਹ ਸਾਰਾ ਵਿਸ਼ਵ ਹੀ ਲੱਗਦਾ ਪਿਆ ਖਤਰੇ ਦੇ ਵਿੱਚ ਮੈਨੂੰ। ਔਰ ਮੇਰੇ ਅਹਿਸਾਸ ਹੀ ਮਿਲਦੇ ਰਹੇ ਜਜ਼ਬੇ ਦੇ ਵਿੱਚ ਮੈਨੂੰ, ਮੇਰੇ ਅਹਿਸਾਸ ਹੀ ਮਿਲਦੇ ਰਹੇ ਜਜ਼ਬੇ ਦੇ ਵਿੱਚ ਮੈਨੂੰ, ਮੇਰਾ ਆਪਾ ਵੀ ਕਿਧਰੇ ਮਿਲ ਗਿਆ ਮਲਬੇ ਦੇ ਵਿੱਚ ਮੈਨੂੰ। ਮੇਰੇ ਅਹਿਸਾਸ ਹੀ ਮਿਲਦੇ ਰਹੇ ਜਜ਼ਬੇ ਦੇ ਵਿੱਚ ਮੈਨੂੰ, ਮੇਰਾ ਆਪਾ ਵੀ ਕਿਧਰੇ ਮਿਲ ਗਿਆ ਮਲਬੇ ਦੇ ਵਿੱਚ ਮੈਨੂੰ, ਮੇਰਾ ਆਪਾ ਵੀ ਕਿਧਰੇ ਮਿਲ ਗਿਆ ਮਲਬੇ ਦੇ ਵਿੱਚ ਮੈਨੂੰ। ਔਰ ਸ਼ੇਰ ਦੇਖਣਾ ਕਿ ਸਿਰਾਂ ਦੀ ਭੀੜ ਮਿਲ ਸਕਦੀ ਹੈ ਕਦ ਜਲਸੇ ਦੇ ਵਿੱਚ ਮੈਨੂੰ, ਸਿਰਾਂ ਦੀ ਭੀੜ ਮਿਲ ਸਕਦੀ ਹੈ ਕਦ ਜਲਸੇ ਦੇ ਵਿੱਚ ਮੈਨੂੰ, ਅਜੇ ਤਾਂ ਧੜ ਹੀ ਧੜ ਦਿਸਦੇ ਪਏ ਰਸਤੇ ਦੇ ਵਿੱਚ ਮੈਨੂੰ। ਬਹੁਤ ਵਧੀਆ। ਸਿਰਾਂ ਦੀ ਭੀੜ ਮਿਲ ਸਕਦੀ ਹੈ ਕਦ ਜਲਸੇ ਦੇ ਵਿੱਚ ਮੈਨੂੰ, ਅਜੇ ਤਾਂ ਧੜ ਹੀ ਧੜ ਦਿਸਦੇ ਪਏ ਰਸਤੇ ਦੇ ਵਿੱਚ ਮੈਨੂੰ, ਅਜੇ ਤਾਂ ਧੜ ਹੀ ਧੜ ਦਿਸਦੇ ਪਏ ਰਸਤੇ ਦੇ ਵਿੱਚ ਮੈਨੂੰ। ਬਹੁਤ ਅੱਛੇ, ਵਾਹ ਜੀ ਵਾਹ ਗੁਲਾਟੀ ਸਾਹਿਬ, ਬਹੁਤ ਅੱਛੇ, ਸ਼ੁਕਰੀਆ ਬਰਜਿੰਦਰ ਜੀ। ਔਰ ਕਦੇ ਅੱਖਾਂ ਦੇ ਅੰਦਰ ਜੋ ਸਮੁੰਦਰ ਹੈ ਨਹੀਂ ਦਿਸਦਾ, ਕਦੇ ਅੱਖਾਂ ਦੇ ਅੰਦਰ ਜੋ ਸਮੁੰਦਰ ਹੈ ਨਹੀਂ ਦਿਸਦਾ, ਕਦੇ ਦਰਿਆ ਵੀ ਦਿਸ ਪੈਂਦਾ ਹੈ ਇੱਕ ਕਤਰੇ ਦੇ ਵਿੱਚ ਮੈਨੂੰ। ਕਦੇ ਅੱਖਾਂ ਦੇ ਅੰਦਰ ਜੋ ਸਮੁੰਦਰ ਹੈ ਨਹੀਂ ਦਿਸਦਾ, ਕਦੇ ਦਰਿਆ ਵੀ ਦਿਸ ਪੈਂਦਾ ਹੈ ਇੱਕ ਕਤਰੇ ਦੇ ਵਿੱਚ ਮੈਨੂੰ। ਕਦੇ ਦਰਿਆ ਵੀ ਦਿਸ ਪੈਂਦਾ ਹੈ ਇੱਕ ਕਤਰੇ ਦੇ ਵਿੱਚ ਮੈਨੂੰ। ਔਰ ਜਾਂ ਸਾਰੇ ਪਾਰਦਰਸ਼ੀ ਨੇ, ਜਾਂ ਮੇਰੀ ਅੱਖ ਵੱਖਰੀ ਹੈ, ਜਾਂ ਸਾਰੇ ਪਾਰਦਰਸ਼ੀ ਨੇ, ਜਾਂ ਮੇਰੀ ਅੱਖ ਵੱਖਰੀ ਹੈ, ਕਿ ਸਭ ਨੰਗੇ ਜਿਹੇ ਹਨ ਪਰ ਦਿਸਣ ਪਰਦੇ ਦੇ ਵਿੱਚ ਮੈਨੂੰ। ਜਾਂ ਸਾਰੇ ਪਾਰਦਰਸ਼ੀ ਨੇ, ਜਾਂ ਮੇਰੀ ਅੱਖ ਵੱਖਰੀ ਹੈ, ਕਿ ਸਭ ਨੰਗੇ ਜਿਹੇ ਹਨ ਪਰ ਦਿਸਣ ਪਰਦੇ ਦੇ ਵਿੱਚ ਮੈਨੂੰ, ਕਿ ਸਭ ਨੰਗੇ ਜਿਹੇ ਹਨ ਪਰ ਦਿਸਣ ਪਰਦੇ ਦੇ ਵਿੱਚ ਮੈਨੂੰ। ਵਾਹ ਜੀ ਵਾਹ। ਔਰ ਤੁਸੀਂ ਹੱਦਾਂ ਤੇ ਸਰਹੱਦਾਂ ਦਿਲਾਂ ਵਿੱਚ ਹੀ ਬਣਾਈਆਂ ਨੇ,
ਤੁਸੀਂ ਹੱਦਾਂ ਤੇ ਸਰਹੱਦਾਂ ਦਿਲਾਂ ਵਿੱਚ ਹੀ ਬਣਾਈਆਂ ਨੇ, ਕੋਈ ਦੀਵਾਰ ਤਾਂ ਦਿਸਦੀ ਨਹੀਂ ਨਕਸ਼ੇ ਦੇ ਵਿੱਚ ਮੈਨੂੰ। ਤੁਸੀਂ ਹੱਦਾਂ ਤੇ ਸਰਹੱਦਾਂ ਦਿਲਾਂ ਵਿੱਚ ਹੀ ਬਣਾਈਆਂ ਨੇ, ਕੋਈ ਦੀਵਾਰ ਤਾਂ ਦਿਸਦੀ ਨਹੀਂ ਨਕਸ਼ੇ ਦੇ ਵਿੱਚ ਮੈਨੂੰ। ਇਕੱਲਾ ਤੂੰ ਨਹੀਂ ਮਿਲਿਆ ਮਹਿਜ਼ ਸਦਮੇ ਦੇ ਵਿੱਚ ਮੈਨੂੰ, ਇਹ ਸਾਰਾ ਵਿਸ਼ਵ ਹੀ ਲੱਗਦਾ ਪਿਆ ਖਤਰੇ ਦੇ ਵਿੱਚ ਮੈਨੂੰ। ਸਾਰਾ ਵਿਸ਼ਵ ਹੀ ਲੱਗਦਾ ਪਿਆ ਖਤਰੇ ਦੇ ਵਿੱਚ ਮੈਨੂੰ। ਬਹੁਤ ਬਹੁਤ ਧੰਨਵਾਦ ਸ਼ਿਸ਼ਪਾਲ ਜੀ, ਬਹੁਤ ਖੂਬਸੂਰਤ ਗਜ਼ਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਹਾਡੇ ਤੋਂ ਹੋਰ ਇਸੇ ਤਰ੍ਹਾਂ ਦੀ ਗਜ਼ਲਾਂ ਬਹੁਤ ਅੱਛੀਆਂ ਸੀ, ਦੋਨੋਂ ਗਜ਼ਲਾਂ ਬੜੀਆਂ ਪਿਆਰੀਆਂ। ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰ ਫਿਰ ਚੱਲਦੇ ਆ ਆਪਾਂ ਦਿੱਲੀ ਵੱਲ ਚੱਲਦੇ ਆ, ਮਿਲਦੇ ਆ ਡਾਕਟਰ ਵਨੀਤਾ ਮੈਮ ਨੂੰ। ਡਾਕਟਰ ਵਨੀਤਾ ਮੈਮ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇ ਵਿਜੇਤਾ ਨੇ। ਉਹਨਾਂ ਦੀ ਪੁਸਤਕ ਕਾਲ ਪੈਰ ਤੇ ਘੜੀਆਂ ਤੇ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਜਿਹੜਾ ਪੁਰਸਕਾਰ ਮਿਲਿਆ। ਕਨਵੀਨਰ ਨੇ ਭਾਰਤੀ ਸਾਹਿਤ ਅਕਾਦਮੀ ਦੇ ਤੇ ਕਈ ਕਿਤਾਬਾਂ ਇਹਨਾਂ ਦੀਆਂ ਕਵਿਤਾਵਾਂ ਦੀਆਂ ਨੇ ਤੇ ਕਈ ਕਿਤਾਬਾਂ ਆਲੋਚਨਾ ਦੀਆਂ ਨੇ। ਸੁਪਨਿਆਂ ਦੀ ਪਗਡੰਡੀ, ਹਰੀਆਂ ਸ਼ਾਮਾਂ ਦੀ ਕਬਰ, ਬੋਲ ਅਲਾਪ, ਮੰਦਰ ਸਪਤਕ ਤੇ ਇਸ ਤਰ੍ਹਾਂ ਸਮੀਖਿਆ ਦੀਆਂ ਇਹਨਾਂ ਦੀਆਂ 4 ਕਿਤਾਬਾਂ ਨੇ। ਸੋ ਆਓ ਮਿਲਦੇ ਆ ਡਾਕਟਰ ਵਨੀਤਾ ਹੋਰਾਂ ਨੂੰ। ਵਨੀਤਾ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਓ ਜੀ ਵਨੀਤਾ ਜੀ, ਆਪਣਾ ਮਾਈਕ ਅਨਮਿਊਟ ਕਰ ਲਓ ਜੀ ਪਹਿਲਾਂ। ਆਪਾਂ ਨੂੰ ਐ ਤਾਂ ਨਹੀਂ ਲੱਗਦਾ ਵੀ ਦੂਰ ਦੂਰ ਬੈਠੇ ਆ? ਹਾਂਜੀ ਵਨੀਤਾ ਮੈਮ। ਠੀਕ ਹੈ ਹੁਣ? ਹਾਂਜੀ 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 ਬੋਲੋ ਜੀ ਬੋਲੋ। ਸੋ ਮੈਂ ਪੰਜਾਬ ਸਾਹਿਤ ਅਕੈਡਮੀ ਨੂੰ, ਤੁਹਾਨੂੰ ਆਪ ਜੀ ਨੂੰ, ਸਰਬ ਨੂੰ ਤੇ ਸਾਰੇ ਕਵੀ ਦੋਸਤਾਂ ਨੂੰ ਅੱਜ ਦੀ ਸ਼ਾਮ ਦੀ ਆਦਾਬ ਕਹਿੰਦੀ ਹੈ। ਤੇ ਜਿਸ ਤਰ੍ਹਾਂ ਕੇ ਸ਼ਰੀਫ ਜੀ ਨੇ ਵੀ ਔਰ ਸਰਬ ਨੇ ਵੀ ਕਿਹਾ ਕਿ ਅਸੀਂ ਬੜੇ ਉਦਾਸ ਸਮਿਆਂ 'ਚ ਜੀ ਰਹੇ ਹਾਂ ਔਰ ਹਾਲੇ ਤਾਂ ਅਸੀਂ ਪਤਾ ਨਹੀਂ ਕੀ ਮੰਜ਼ਰ ਦੇਖਣੇ ਨੇ। ਤਾਂ ਇਸੇ ਉਨਵਾਨ ਤੇ ਮੇਰੀ ਕਵਿਤਾ ਹੈ ਦਮ ਰੱਖ। ਦਮ ਰੱਖ, ख्वाब रख, गूंगे अतीत बोले वर्तमान तो अन्ने भविख दी आस रख। दम रख, ख्वाब रख, गूंगे अतीत बोले वर्तमान तो अन्ने भविख दी आस रख। होश रख, होश रख, हवास रख, ਅੱਜ ਦੀ ਕਾਲੀ ਰਾਤ ਚੋਂ ਸਿਵਿਆਂ ਦੀ ਰਾਖ ਤੱਕ। ਦਿਲ ਰੱਖ, ਦਿਲ ਰੱਖ, ਦਿਮਾਗ ਰੱਖ, ਹਾਕਮ ਨੂੰ ਪਰ ਨਿਆਂ ਨਾ ਦੱਸ। ਦਿਲ ਰੱਖ, ਦਿਮਾਗ ਰੱਖ, ਹਾਕਮ ਨੂੰ ਪਰ ਨਿਆਂ ਨਾ ਦੱਸ। ਸੰਗ ਵੀ ਰੱਖ, ਸੰਗ ਰੱਖ, ਸਾਥ ਰੱਖ, ਇੰਨੇ ਸਾਰੇ ਮਹਿਰਮਾਂ ਦੀ ਪਰ ਕਦੇ ਵਫਾ ਨਾ ਤੱਕ। ਮੰਜ਼ਿਲ ਤੱਕ, ਮੰਜ਼ਿਲ ਤੱਕ, ਮੁਕਾਮ ਤੱਕ ਵੇਖ ਭਟਕਦੇ ਮੁਸਾਫਰ ਭੁੱਲੇ ਨੂੰ ਪਰ ਰਾਹ ਨਾ ਦੱਸ। ਅਸੀਂ ਆਪ ਕੁਝ ਕਰ ਰਹੇ ਹਾਂ। ਜ਼ੁਲਮ ਤੱਕ, ਅਨਿਆਂ ਤੱਕ, ਜ਼ੁਲਮ ਤੱਕ, ਅਨਿਆਂ ਤੱਕ, ਪਰ ਅੱਖਾਂ ਵਿੱਚ ਇਹ ਨਜ਼ਾਰੇ ਮਰਨ ਵੇਲਾ ਆਉਣ ਤੱਕ। ਫੁੱਲ ਤੱਕ, ਸ਼ਬਾਬ, ਫੁੱਲ ਤੱਕ, ਸ਼ਬਾਬ ਤੱਕ, ਘੁੰਗਰੂਆਂ ਦੀ ਚਣਕਾਰ ਚੋਂ ਬਿਨ ਪੈਰਾਂ ਤਤਕਾਰ ਤੱਕ। ਫੁੱਲ ਤੱਕ, ਸ਼ਬਾਬ ਤੱਕ, ਘੁੰਗਰੂਆਂ ਦੀ ਚਣਕਾਰ ਚੋਂ ਬਿਨ ਪੈਰਾਂ ਤਤਕਾਰ ਤੱਕ। ਸ਼ਬਾਬ ਰੱਖ, ਸ਼ਬਾਬ ਰੱਖ, ਸਵਾਲ ਰੱਖ, ਸ਼ਬਾਬ ਰੱਖ, ਸਵਾਲ ਰੱਖ, ਇੰਨੇ ਸਾਰੇ ਸਵਾਲਾਂ ਦੇ ਲਾਲ ਕਾਲੇ ਜਵਾਬ ਤੱਕ। ਸ਼ੁਕਰੀਆ। ਸ਼ਬਾਬ ਰੱਖ, ਸਵਾਲ ਰੱਖ, ਇੰਨੇ ਸਾਰੇ ਸਵਾਲਾਂ ਦੇ ਲਾਲ ਕਾਲੇ ਜਵਾਬ ਤੱਕ। ਬਹੁਤ ਅੱਛਾ ਵਨੀਤਾ। ਸ਼ੁਕਰੀਆ। ਸੋਚ ਵੀ ਰੱਖ, ਸੋਚ ਰੱਖ, ਸਮਾਜ ਰੱਖ, ਸੋਚ ਰੱਖ, ਸਮਾਜ ਰੱਖ, ਪਰ ਕਿਸੇ ਨੂੰ ਕਦੇ ਉਸ ਦੀ ਔਕਾਤ ਨਾ ਦੱਸ। ਜਿਹਨੂੰ ਦੱਸੀ ਨਹੀਂ ਤਾਂ ਬਸ
ਸੋਚ ਰੱਖ ਸਮਾਜ ਰੱਖ ਪਰ ਕਿਸੇ ਨੂੰ ਕਦੇ ਉਸ ਦੀ ਔਕਾਤ ਨਾ ਦੱਸ। ਹਾਂ ਵਾਹ ਵਾਹ ਬਹੁਤ ਅੱਛਾ ਜੀ, ਬਹੁਤ ਅੱਛਾ। ਪਾਪ ਵੀ ਤੱਕ, ਸ਼ੁਕਰੀਆ, ਪਾਪ ਤੱਕ ਸੰਤਾਪ ਤੱਕ, ਪਾਪ ਤੱਕ ਸੰਤਾਪ ਤੱਕ ਪੱਟੀ ਬੰਨੀਆਂ ਅੱਖਾਂ ਤੋਂ ਪਰ ਕਦੇ ਇਨਸਾਫ ਨਾ ਮੰਨ। ਪਾਪ ਤੱਕ ਸੰਤਾਪ ਤੱਕ ਪੱਟੀ ਬੰਨੀਆਂ ਅੱਖਾਂ ਤੋਂ ਪਰ ਕਦੇ ਇਨਸਾਫ ਨਾ ਮੰਗ। ਆਸ ਰੱਖ, ਆਸ ਰੱਖ, ਕਿਆਸ ਰੱਖ, ਆਸ ਰੱਖ, ਕਿਆਸ ਰੱਖ, ਡਰ ਨਾ ਵੇਖ ਕੇ ਅਜੇ ਉਹ ਅੰਨੇ ਘੋੜੇ ਦਾ ਅਸਵਾਰ ਤੱਕ। ਆਸ ਰੱਖ, ਕਿਆਸ ਰੱਖ, ਡਰ ਨਾ ਵੇਖ ਕੇ ਅਜੇ ਉਹ ਅੰਨੇ ਘੋੜੇ ਦਾ ਅਸਵਾਰ ਤੱਕ। ਤੇ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਨਜ਼ਮ ਹੈ, ਵਕ ਵਾਕ। ਜੀ। ਆਤਮਾ ਨੇ ਤਾਂ ਧਰਮ ਅੰਤਰੀਵ ਦਾ ਪੜਾਇਆ ਸੀ। ਆਤਮਾ ਨੇ ਤਾਂ ਧਰਮ ਅੰਤਰੀਵ ਦਾ ਪੜਾਇਆ, ਪਾਠ ਬ੍ਰਹਿਮੰਡ ਦਾ ਸਿਖਾਇਆ। ਕਿਤੇ ਹਉਮੈ ਦੀ ਚੁੰਨੀ ਛੋ ਗਈ, ਕਿਤੇ ਹਉਮੈ ਦੀ ਚੁੰਨੀ ਛੋ ਗਈ ਤੇ ਅਲੱਗ ਅਲੱਗ ਧਰਮ ਬਣ। ਵਾਹ ਜੀ ਵਾਹ। ਸਟਾਪੂ ਖੇਡਦਿਆਂ, ਸਟਾਪੂ ਖੇਡਦਿਆਂ ਖਾਨੇ ਬਣਾਏ, ਗੀਟੀ ਪਾਈ, ਖਾਨੇ ਦੀ ਜਿੱਤ ਦੀ ਰਿਸੇ, ਦੇਸ ਕਾਲ ਹੱਦ ਬੰਨੇ ਬਣ ਗਏ। ਸਟਾਪੂ ਖੇਡਦਿਆਂ ਖਾਨੇ ਬਣਾਏ, ਗੀਟੀ ਪਾਈ, ਖਾਨੇ ਦੀ ਜਿੱਤ ਦੀ ਰਿਸੇ, ਦੇਸ਼ ਕਾਲ ਹੱਦ ਬੰਨੇ ਬਣ ਗਏ। ਛੂਣ ਛੁਪਾਈ ਖੇਡਦਿਆਂ, ਛੂਣ ਛੁਪਾਈ ਖੇਡਦਿਆਂ, ਛੂਣ ਵਾਲਾ ਪੁਲਿਸ, ਭੱਜਣ ਵਾਲਾ ਚੋਰ। ਛੂਣ ਛੁਪਾਈ ਖੇਡਦਿਆਂ, ਛੂਣ ਵਾਲਾ ਪੁਲਿਸ, ਭੱਜਣ ਵਾਲਾ ਚੋਰ। ਇੰਜ ਅਦਾਲਤਾਂ ਤੇ ਮੁਜਰਿਮ ਬਣ ਗਏ, ਇੰਜ ਅਦਾਲਤਾਂ ਤੇ ਮੁਜਰਿਮ ਬਣ ਗਏ। ਹੌਲੇ ਹੌਲੇ, ਹੌਲੇ ਹੌਲੇ, ਇੱਕ ਇੱਕ ਅਨੇਕ ਵਿੱਚ ਤਬਦੀਲ ਹੁੰਦਾ ਗਿਆ। ਹੌਲੇ ਹੌਲੇ ਇੱਕ ਅਨੇਕ ਵਿੱਚ ਤਬਦੀਲ ਹੁੰਦਾ ਗਿਆ। ਇਕੱਠਵਾਦੀ ਵੱਖਵਾਦੀ ਹੋ, ਇਕੱਠਵਾਦੀ ਵੱਖਵਾਦੀ। ਬਹੁਤ ਅੱਛਾ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਬਨੀਤਾ ਮੈਮ। ਹੁਣ ਆਪਾਂ ਸਿਖਰ ਵੱਲ ਵੱਧ ਰਹੇ ਹਾਂ। ਸਾਡੇ ਕੋਲ 2 ਪੋਇਟ ਸੁਣਨ ਵਾਲੇ ਰਹਿੰਦੇ ਨੇ। ਪਹਿਲਾਂ ਸੁਣਦੇ ਹਾਂ ਅਸੀਂ ਕ੍ਰਿਸ਼ਨ ਭਨੋਟ ਹੋਰਾਂ ਨੂੰ। ਕ੍ਰਿਸ਼ਨ ਭਨੋਟ ਹੋਰੀ ਜਿੱਥੇ ਗਜ਼ਲ ਲਿਖਦੇ ਨੇ, ਉੱਥੇ ਬਹੁਤ ਸਾਰੇ ਨਵੇਂ ਸ਼ਾਇਰਾਂ ਨੂੰ ਗਜ਼ਲ ਸਿਖਾਉਂਦੇ ਵੀ ਨੇ। ਇਹਨਾਂ ਦੀਆਂ 8 ਕਿਤਾਬਾਂ ਨੇ, 8 ਗਜ਼ਲ ਸੰਗ੍ਰਹਿ ਨੇ ਤੇ ਬਹੁਤ ਕਮਾਲ ਦੇ ਸ਼ੇਰ ਹੁੰਦੇ ਨੇ, ਕਮਾਲ ਦੀਆਂ ਗਜ਼ਲਾਂ ਹੁੰਦੀਆਂ ਨੇ। ਮਹਿਕ ਦੇ ਹਸਤਾਖਰ, ਤਲਖ ਪਲ, ਜਲ ਤਰੰਗ, ਚੁੱਪ ਦਾ ਸੰਗੀਤ, ਵਿਅੰਗ ਲੀਲਾ, ਸੋਨੇ ਦੀ ਸਲੀਬ ਤੋਂ, ਉਮਰ ਦੇ ਵਰਕੇ, ਪੌਣਾ ਦੀ ਨਕਸ਼ ਤੇ ਇੱਕ ਗਜ਼ਲ ਦੀ ਬਣਤਰ ਦੀ ਕਿਤਾਬ ਹੈ ਇਹਨਾਂ ਦੀ, ਗਜ਼ਲ ਦੀ ਬਣਤਰ ਤੇ ਅਰੂਜ਼। ਪਹਿਲਾਂ ਵੀ ਮੈਂ ਇਹਨਾਂ ਦਾ ਇੱਕ ਸ਼ੇਰ ਪੜ੍ਹਿਆ ਸੀ ਤੇ ਇੱਕ ਸ਼ੇਰ ਹੁਣ ਇਹਨਾਂ ਦੇ ਸਵਾਗਤ ਪੜ੍ਹ ਰਿਹਾ ਕਿ ਮਸੀਹਾ, ਪੀਰ, ਪੈਗੰਬਰ, ਮੁਸੱਵਰ ਜਾਂ ਨਬੀ ਬਣਨਾ ਕਿਸੇ ਬਿਰਲੇ ਨੇ ਹੈ ਵਿਦਵਾਨ, ਚਿੰਤਕ ਜਾਂ ਕਵੀ ਬਣਨਾ। ਸੜਨ ਆਪਸ ਚ ਖਹਿ ਖਹਿ ਕੇ ਬਥੇਰੇ ਬਾਂਸ ਜੰਗਲ ਦੇ, ਨਾ ਹਰ ਇੱਕ ਬਾਂਸ ਦੀ ਪੋਰੀ ਨੇ ਹੁੰਦਾ ਬੰਸਰੀ ਬਣਨਾ, ਨਾ ਹਰ ਇੱਕ ਬਾਂਸ ਦੀ ਪੋਰੀ ਨੇ ਹੁੰਦਾ ਬੰਸਰੀ ਬਣਨਾ। ਜੀ ਕ੍ਰਿਸ਼ਨ ਭਨੋਟ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਡਾਕਟਰ ਕੁਲਦੀਪ ਜੀ ਤੇ ਸਾਹਿਤ ਅਕਾਦਮੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਿਲਾਇਆ, ਤੇ ਖਾਸ ਕਰਕੇ ਮੈਡਮ ਸੋਹਲ ਜੀ ਦਾ। ਤੇ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਨੇ। ਤੇ 2 ਗਜ਼ਲਾਂ ਦੇ ਮੈਂ 4 ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ। ਬੁਲੰਦੀ ਤੇ ਨਹੀਂ ਪਰਵਾਜ਼ ਭਰਨਾ ਚਾਹ ਰਿਹਾ, ਬੁਲੰਦੀ ਤੇ ਨਹੀਂ ਪਰਵਾਜ਼ ਭਰਨਾ ਚਾਹ ਰਿਹਾ, ਉਹ ਅੰਬਰ ਖਿੱਚ ਕੇ ਕਮਰੇ 'ਚ ਕਰਨਾ ਚਾਹ ਰਿਹਾ। ਵਾਹ ਜੀ ਵਾਹ, ਵਾਹ ਜੀ ਵਾਹ। ਬੁਲੰਦੀ ਤੇ ਨਹੀਂ ਪਰਵਾਜ਼ ਭਰਨਾ ਚਾਹ ਰਿਹਾ, ਵਾਹ ਜੀ ਭਨੋਟ ਸਾਹਿਬ, ਉਹ ਅੰਬਰ ਖਿੱਚ ਕੇ ਕਮਰੇ 'ਚ ਕਰਨਾ ਚਾਹ ਰਿਹਾ। ਉਹ ਚਾਹੁੰਦਾ ਜਿੱਤਣਾ ਮੰਡੀ ਦੀ ਅੰਨੀ ਦੌੜ 'ਚੋਂ,
ਉਹ ਚਾਹੁੰਦਾ ਹੈ ਜਿੱਤਣਾ ਮੰਡੀ ਦੀ ਅੰਨੀ ਦੌੜ ਚੋਂ, ਬੜਾ ਨਾਦਾਨ ਹੈ ਦਲ ਦਲ ਚ ਤਰਨਾ ਚਾਹ ਰਿਹਾ। ਵਾਹ ਵਾਹ ਉਹ ਚਾਹੁੰਦਾ ਹੈ ਜਿੱਤਣਾ ਮੰਡੀ ਦੀ ਅੰਨੀ ਦੌੜ ਚੋਂ, ਬੜਾ ਨਾਦਾਨ ਹੈ ਦਲ ਦਲ ਚ ਤਰਨਾ ਚਾਹ ਰਿਹਾ। ਕਰਨਾ ਚਾਹ ਰਿਹਾ। ਬੇਸ਼ੱਕ ਬਾਰਨਾ ਚਾਹੁੰਦਾ ਹੈ ਆਪਣਾ ਸੀਸ ਤਾਂ, ਉਹ ਬੇਸ਼ੱਕ ਬਾਰਨਾ ਚਾਹੁੰਦਾ ਹੈ ਆਪਣਾ ਸੀਸ ਤਾਂ, ਜ਼ਰੂਰਤ ਜਿਉਣ ਦੀ ਜਿੱਥੇ ਉਹ ਮਰਨਾ ਚਾਹ ਰਿਹਾ। ਵਾਹ ਵਾਹ ਜੀ ਬਹੁਤ। ਉਹ ਬੇਸ਼ੱਕ ਬਾਰਨਾ ਚਾਹੁੰਦਾ ਹੈ ਆਪਣਾ ਸੀਸ ਤਾਂ, ਜ਼ਰੂਰਤ ਜਿਉਣ ਦੀ ਜਿੱਥੇ ਉਹ ਮਰਨਾ ਚਾਹ ਰਿਹਾ। ਲਿਆਇਆ ਹੈ ਘਰੋਂ ਸੀ ਕਿ ਉਹ ਮੇਰੇ ਵਾਸਤੇ, ਲਿਆਇਆ ਹੈ ਘਰੋਂ ਸੀ ਕਿ ਉਹ ਮੇਰੇ ਵਾਸਤੇ, ਉਹ ਮੈਨੂੰ ਕੋਟ ਦੇ ਮੇਚੇ ਦਾ ਕਰਨਾ ਚਾਹ ਰਿਹਾ। ਵਾਹ ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ। ਲਿਆਇਆ ਹੈ ਘਰੋਂ ਸੀ ਕਿ ਉਹ ਮੇਰੇ ਵਾਸਤੇ, ਉਹ ਮੈਨੂੰ ਕੋਟ ਦੇ ਮੇਚੇ ਦਾ ਕਰਨਾ ਚਾਹ ਰਿਹਾ। ਬਹੁਤ ਅੱਛੇ ਭਗਤ ਹੈ ਜੀ। ਉੜੀਕੇ ਨਕਸ਼ ਉਸਦੇ ਕ੍ਰਿਸ਼ਨ ਮੈਂ ਧੁੰਦਲੇ ਜਹੇ, ਉੜੀਕੇ ਨਕਸ਼ ਉਸਦੇ ਕ੍ਰਿਸ਼ਨ ਮੈਂ ਧੁੰਦਲੇ ਜਹੇ, ਮੇਰੇ ਸ਼ੇਰਾਂ ਚੋਂ ਇੱਕ ਚਿਹਰਾ ਉੱਭਰਨਾ ਚਾਹ ਰਿਹਾ ਹੈ। ਮੇਰੇ ਸ਼ੇਰਾਂ ਚੋਂ ਇੱਕ ਚਿਹਰਾ ਉੱਭਰਨਾ ਚਾਹ ਰਿਹਾ ਹੈ। ਬਹੁਤ ਵਧੀਆ, ਬਹੁਤ ਅੱਛੇ ਭਨੋਟ ਸਾਹਿਬ, ਸ਼ੁਕਰੀਆ ਜੀ। ਮੈਂ 4 ਕੁ ਸ਼ੇਰ ਮੈਂ ਅੱਜ ਦੇ ਮਾਹੌਲ ਬਾਰੇ ਕਹਿਣ ਜਾ ਰਿਹਾ। ਜ਼ਰੂਰ ਕਹੋ। ਰਹੇ ਮੇਲੇ ਨਾ ਕਿਧਰੇ, ਨਾ ਕਿਤੇ ਉਹ ਮਹਿਫਲਾਂ ਰਹੀਆਂ। ਰਹੇ ਮੇਲੇ ਨਾ ਕਿਧਰੇ, ਨਾ ਕਿਤੇ ਉਹ ਮਹਿਫਲਾਂ ਰਹੀਆਂ, ਘਰਾਂ ਵਿੱਚ ਕੈਦ ਨੇ ਲੋਕੀ ਤੇ ਗਲੀਆਂ ਸੁੰਨੀਆਂ ਰਹੀਆਂ। ਰਹੇ ਮੇਲੇ ਨਾ ਕਿਧਰੇ, ਨਾ ਕਿਤੇ ਉਹ ਮਹਿਫਲਾਂ ਰਹੀਆਂ, ਘਰਾਂ ਵਿੱਚ ਕੈਦ ਨੇ ਲੋਕੀ ਤੇ ਗਲੀਆਂ ਸੁੰਨੀਆਂ ਰਹੀਆਂ। ਅਚਾਨਕ ਉੱਠੀਆਂ ਢਾਹ ਕੇ ਉਹ ਬੇਬਲਤਾ ਦੇ ਵਿੱਚ ਆ ਕੇ, ਅਚਾਨਕ ਉੱਠੀਆਂ ਢਾਹ ਕੇ ਉਹ ਬੇਬਲਤਾ ਦੇ ਵਿੱਚ ਆ ਕੇ, ਇਹ ਗਲ ਵਕੜੀ ਨਾ ਪਾ ਸਕੀਆਂ ਤੇ ਬਾਹਾਂ ਖੁੱਲੀਆਂ ਰਹੀਆਂ। ਬਹੁਤ ਅੱਛੇ। ਵਾਹ ਵਾਹ ਵਾਹ। ਅੱਛਾ। ਅਚਾਨਕ ਉੱਠੀਆਂ ਢਾਹ ਕੇ ਉਹ ਬੇਬਲਤਾ ਦੇ ਵਿੱਚ ਆ ਕੇ, ਤੇ ਗਲ ਵਕੜੀ ਨਾ ਪਾ ਸਕੀਆਂ ਤੇ ਬਾਹਾਂ ਖੁੱਲੀਆਂ ਰਹੀਆਂ। ਨਦੀ ਦੇ 2 ਕਿਨਾਰੇ ਜਿਸ ਤਰ੍ਹਾਂ ਮਿਲਣੇ ਲਈ ਤਰਸਣ, ਨਦੀ ਦੇ 2 ਕਿਨਾਰੇ ਜਿਸ ਤਰ੍ਹਾਂ ਮਿਲਣੇ ਲਈ ਤਰਸਣ, ਇੱਕੋ ਛੱਤ ਹੇਠਾਂ ਰਹਿੰਦਿਆਂ ਵੀ ਦੂਰੀਆਂ ਰਹੀਆਂ। ਨਦੀ ਦੇ 2 ਕਿਨਾਰੇ ਜਿਸ ਤਰ੍ਹਾਂ ਮਿਲਣੇ ਲਈ ਤਰਸਣ, ਇੱਕੋ ਛੱਤ ਹੇਠਾਂ ਰਹਿੰਦਿਆਂ ਵੀ ਦੂਰੀਆਂ ਰਹੀਆਂ। ਇੱਕ ਐਸਾ ਦੌਰ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਆਇਆ, ਇੱਕ ਐਸਾ ਦੌਰ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਆਇਆ ਕਿ ਜਿਸ ਦੇ ਵਿੱਚ ਸਮਾਜਿਕ ਦੂਰੀਆਂ ਤਨਹਾਈਆਂ ਰਹੀਆਂ, ਕਿ ਜਿਸ ਦੇ ਵਿੱਚ ਸਮਾਜਿਕ ਦੂਰੀਆਂ ਤਨਹਾਈਆਂ ਰਹੀਆਂ। ਮਕਤਾ ਜੀ। ਭਲਾ ਇਹ ਐਤਕੀ ਦੀ ਕ੍ਰਿਸ਼ਨ ਕੀਕਣ ਦੀ ਬਹਾਰ ਆਈ, ਭਲਾ ਇਹ ਐਤਕੀ ਦੀ ਕ੍ਰਿਸ਼ਨ ਕੀਕਣ ਦੀ ਬਹਾਰ ਆਈ, ਕਿ ਨਾਜ਼ੁਕ ਪੋਟਿਆਂ ਦੀ ਸ਼ੋਹ ਨੂੰ ਕਲੀਆਂ ਤਰਸੀਆਂ ਰਹੀਆਂ। ਵਾਹ ਵਾਹ ਜੀ ਵਾਹ, ਕਲੀਆਂ ਤਰਸੀਆਂ ਰਹੀਆਂ। ਸ਼ੁਕਰੀਆ ਜੀ ਸਾਰਿਆਂ ਦਾ। ਬਹੁਤ ਬਹੁਤ ਧੰਨਵਾਦ ਕ੍ਰਿਸ਼ਨ ਭਨੋਟ ਜੀ। ਬਹੁਤ ਅੱਛੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਲਗਾਤਾਰ। ਤੇ ਹੁਣ ਅਸੀਂ ਇਸ ਮਹਿਫਲ ਦੇ ਸਿਖਰ ਤੇ ਦਰਸ਼ਨ ਬੁੱਟਰ ਹੋਰਾਂ ਨੂੰ ਸੁਣਦੇ ਹਾਂ। ਦਰਸ਼ਨ ਬੁੱਟਰ ਹੋਰੀ ਇਸ ਵੇਲੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ, ਤੇ ਪਿਛਲੇ 22 ਸਾਲਾਂ ਤੋਂ ਕਵਿਤਾ ਨਾਲ, ਸ਼ਾਇਰੀ ਨਾਲ, ਨਾਭਾ ਕਵਿਤਾ ਉਤਸਵ ਦੇ ਨਾਲ ਲਗਾਤਾਰ ਜੁੜੇ ਨੇ। ਔੜ ਦੇ ਬੱਦਲ, ਸਲਾਬੀ ਹਵਾ, ਸ਼ਬਦ, ਸ਼ਹਿਰ ਤੇ ਰੇਤ, ਖੜਾਵਾਂ, ਦਰਦ ਮਜੀਠੀ, ਮਹਾਕੰਬਣੀ ਤੇ ਲੇਟੈਸਟ ਕਿਤਾਬ ਇਹਨਾਂ ਦੀ ਅੱਕਾਂ ਦੀ ਕਵਿਤਾ, ਤੇ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਿਆ ਹੈ। ਬੜੀਆਂ ਛੋਟੀਆਂ ਕਵਿਤਾਵਾਂ ਵੀ ਲਿਖਦੇ ਨੇ ਤੇ ਬਹੁਤ ਲੰਮੀਆਂ ਮਹਾਕੰਬਣੀ ਵਰਗੀਆਂ ਕਵਿਤਾਵਾਂ ਵੀ ਲਿਖਦੇ ਨੇ, ਜਿਹੜੀ ਪੂਰੀ ਕਵਿਤਾ ਕਿਤਾਬ ਤੱਕ ਫੈਲ ਜਾਂਦੀ ਹੈ। ਪਰ ਨਿੱਕੇ ਨਿੱਕੇ ਕਵਿਤਾਵਾਂ ਦੇ ਵਿੱਚ ਕਮਾਲ ਦੇ ਅਰਥ ਭਰਦੇ ਨੇ। ਇਹਨਾਂ ਦੀਆਂ 4 ਕਿਲਾਰਾਂ ਦੀ ਇੱਕ ਕਵਿਤਾ ਹੈ ਕਿ ਕੋਈ ਪਰਵਾਜ਼ ਖੰਭਾਂ ਤੋਂ ਬਾਗੀ ਵੀ ਹੁੰਦੀ, ਕੋਈ ਪਤੰਗ ਹਵਾ ਤੋਂ ਬਗੈਰ ਵੀ ਉੜਦੀ, ਤੇ ਕੋਈ ਨਜ਼ਮ ਹਰਫਾਂ ਤੋਂ ਬਿਨਾਂ ਵੀ ਸੰਚਾਰ ਕਰਦੀ, ਕੋਈ ਨਜ਼ਮ ਹਰਫਾਂ ਤੋਂ ਬਿਨਾਂ ਵੀ ਸੰਚਾਰ ਕਰਦੀ। ਆਓ ਜੀ ਬੁੱਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ ਕੁਲਦੀਪ ਜੀ। ਮੈਂ ਸਰਬਜੀਤ ਸੋਲੋਰਾਂ ਦਾ ਇਸ ਲਈ ਬਹੁਤ ਧੰਨਵਾਦੀ ਹਾਂ, ਮੁਬਾਰਕਬਾਦ ਦਿੰਦਾ ਇਹਨਾਂ ਨੂੰ, ਪੂਰੀ ਟੀਮ ਨੂੰ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਨੂੰ, ਡਾਕਟਰ ਕੁਲਦੀਪ ਤੇ ਹੋਰ ਸਾਰੇ।
ਕਿ ਇਹਨਾਂ ਸਮਿਆਂ ਦੇ ਵਿੱਚ ਤੁਸੀਂ ਲਗਾਤਾਰ ਨਿਰੰਤਰਤਾ ਬਣਾਈ ਹੋਈ ਹੈ ਬੜੇ ਸਾਰਥਕ ਪ੍ਰੋਗਰਾਮਾਂ ਦੀ, ਤੇ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਤੁਸੀਂ ਘਰਾਂ 'ਚ ਬੈਠੇ ਬਹੁਤ ਡਰੇ ਹੋਏ ਲੋਕਾਂ ਨੂੰ ਉਤਸ਼ਾਹ ਦੇ ਰਹੇ ਹੋ, ਮਾਣ ਦੇ ਰਹੇ ਹੋ। ਤੇ ਸਾਰੇ ਕਵੀਆਂ ਦਾ ਵੀ ਬਹੁਤ ਧੰਨਵਾਦ ਕਿ ਤੁਸੀਂ ਆਪਣੀਆਂ ਰਚਨਾਵਾਂ ਰਾਹੀਂ, ਕਵਿਤਾਵਾਂ ਰਾਹੀਂ ਸੇਧ ਦੇ ਰਹੇ ਹੋ ਇਹਨਾਂ ਵੇਲਿਆਂ 'ਚ। ਇਹਨਾਂ ਗੱਲਾਂ ਦੀ ਬਹੁਤ ਜ਼ਰੂਰਤ ਹੈ। ਤੇ ਮੈਂ ਇੱਕ ਗੀਤ ਤੇ ਇੱਕ ਨਜ਼ਮ ਤੁਹਾਡੇ ਸਾਹਮਣੇ ਲੈ ਕੇ ਆਇਆ। ਹਲਕੀਆਂ ਫੁਲਕੀਆਂ ਜੀਆਂ ਦੋਨੋਂ ਮੇਰੀਆਂ ਰਚਨਾਵਾਂ ਨੇ। ਇੱਕ ਮੈਂ ਕਰੋਨਾ ਤੇ ਵੀ ਲੈ ਕੇ ਆਇਆ ਸੀ, ਬੜੀ ਗੰਭੀਰ ਜੀ ਨਜ਼ਮ, ਉਹ ਕਦੇ ਫਿਰ ਸੁਣਾਵਾਂਗੇ। ਥੋੜਾ ਜਿਹਾ ਹਲਕਾ ਜਿਹਾ ਮੈਂ ਨਜ਼ਮ ਪੜ੍ਹ ਰਿਹਾ ਤੇ ਇੱਕ ਗੀਤ। ਤੇ ਬਰਜਿੰਦਰ, ਪਹਿਲਾ ਨਜ਼ਮ ਹੈ ਜੀ ਕਵਿਤਾ ਦੀ ਤਲਾਸ਼। ਜੀ, ਕਵਿਤਾ ਦੀ ਤਲਾਸ਼। ਹਾਂ। ਕਵਿਤਾ, ਤੂੰ ਮੇਰੇ ਵਿੱਚੋਂ ਕਦੇ ਕਦੇ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਕਰੰਸੀ ਨੋਟ ਤੇ ਲਿਖੇ ਸ਼ਬਦਾਂ ਚੋਂ ਦਰਦ ਗੁੰਮ ਜਾਂਦਾ ਹੈ। ਕਵਿਤਾ, ਤੂੰ ਮੇਰੇ ਵਿੱਚੋਂ ਕਦੇ ਕਦੇ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਮਾਸਟਰ ਤੋਂ ਡਰਦੀ ਜਵਾਕੜੀ ਨੂੰ ਪਹਾੜੇ ਭੁੱਲ ਜਾਂਦੇ। ਕਵਿਤਾ, ਤੂੰ ਮੇਰੇ ਵਿੱਚੋਂ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਸੇਠ ਅੱਗੇ ਜੁੜੇ ਹੱਥਾਂ ਚੋਂ ਤਾਕਤ ਗਾਇਬ ਹੋ ਜਾਂਦੀ। ਕਵਿਤਾ, ਤੂੰ ਮੇਰੇ ਵਿੱਚੋਂ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਰੱਜੇ ਦੇ ਮੂੰਹ ਤੱਕ ਕੱਪੜਦਿਆਂ ਰੋਟੀ ਦਾ ਅਰਥ ਹੀ ਬਦਲ ਜਾਂਦਾ। ਕਵਿਤਾ, ਤੂੰ ਮੇਰੇ ਵਿੱਚੋਂ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਪਿੰਜਰੇ ਵਿਚਲੇ ਤੋਤੇ ਨੂੰ ਪ੍ਰਵਾਜ਼ ਭੁੱਲ ਜਾਂਦੀ। ਕਵਿਤਾ, ਤੂੰ ਮੇਰੇ ਵਿੱਚੋਂ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਸਵਾਲ ਦੀ ਤਲਬ ਵਿੱਚ ਬੰਦਾ ਜਵਾਬ ਭੁੱਲ ਜਾਂਦਾ। ਕਵਿਤਾ, ਤੂੰ ਮੇਰੇ ਵਿੱਚੋਂ ਕਦੇ ਕਦੇ ਇਵੇਂ ਅਲੋਪ ਹੋ ਜਾਨੀ ਆ ਕਿਧਰੇ, ਜਿਵੇਂ ਸਿਵਿਆਂ ਤੋਂ ਮੁੜਦੀਆਂ ਅੱਖਾਂ ਦੀ ਲਿਸ਼ਕ ਮਰ ਜਾਂਦੀ। ਬਹੁਤ ਅੱਛੀ, ਬਹੁਤ ਅੱਛੀ ਕਵਿਤਾ, ਮੇਰੇ ਵਿੱਚੋਂ ਕਦੇ ਕਦੇ ਇਵੇਂ ਅਲੋਪ ਹੋ ਜਾਨੀ ਆ ਕਿਧਰੇ। ਛੋਟੀ ਜਿਹੀ ਨਜ਼ਮ ਮੈਂ ਪੇਸ਼ ਕੀਤੀ ਹੈ। ਬਹੁਤ ਸੋਹਣੀ। ਮਿਹਰਬਾਨੀ। ਤੇ ਇੱਕ ਗੀਤ ਦੇ ਦੋ ਬੰਦ, ਸਮਾਂ ਨਾ ਬਹੁਤਾ ਲੈਂਦਾ ਹੋਇਆ। ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਕੁਝ ਅੱਖਰ, ਕੁਝ ਨਜ਼ਮਾਂ, ਕੁਝ ਕਿਤਾਬਾਂ ਨੇ। ਅੱਖਰ, ਕੁਝ ਨਜ਼ਮਾਂ, ਕੁਝ ਕਿਤਾਬਾਂ ਨੇ। ਅੱਖਰ, ਕੁਝ ਨਜ਼ਮਾਂ, ਕੁਝ ਕਿਤਾਬਾਂ ਨੇ। ਇਹਨਾਂ ਅੱਖਰਾਂ ਨੂੰ ਉਡਣ ਲਾਇਆ ਮੇਰੇ ਖਾਬਾਂ ਨੇ। ਮੈਂ ਕਿਹੜੀ ਨਜ਼ਮ ਲਿਖੀ, ਕਿਹੜਾ ਗੀਤ ਗਾਇਆ। ਅੱਜ ਦੇ ਦਿਨ ਮੈਨੂੰ ਕੀ ਯਾਦ ਆਇਆ। ਕੁਝ ਹਾਸੇ, ਕੁਝ ਰੋਸੇ, ਕੁਝ ਭੁਲੇਖੇ ਨੇ। ਬਹੁਤ ਅੱਛਾ। ਕੁਝ ਹਾਸੇ, ਕੁਝ ਰੋਸੇ, ਕੁਝ ਭੁਲੇਖੇ ਨੇ। ਜੀਵਨ ਦੇ ਬਚੇ ਹੋਏ ਪਲ ਵੀ
तेरे लेखे वाह कुछ हासे कुछ रोसे, क्या बात। वाह जी हासे वाह, बहुत अच्छे भुट्टो साहब। कुछ रोसे कुछ लेखे ने, जीवन दे बचे हुए पल भी तेरे लेखे ने, अजे भी नाल तुरदा है कोई साया, अज दे दिन मैनू की याद आया। बहुत खूब भुट्टो साहब, बहुत अच्छे। कुछ सिफतां कुछ झिड़कां कुछ सलामां ने, कुछ सिफतां कुछ झिड़कां कुछ सलामां ने, कुछ खंबां जहे रिश्ते कुछ लगामां ने, कुछ खंबां जहे रिश्ते कुछ सिफतां कुछ झिड़कां कुछ सलामां ने, कुछ खंबां जहे रिश्ते कुछ लगामां ने, यादां दी ये पूंजी यादां दी यह पूंजी ही मेरा सरमाया, अज दे दिन मैनू याद आया, अज दे दिन मैनू की याद आया। वाह जी वाह भुट्टो साहब, मेहरबानी साहब जी, सारे मित्रों का बहुत अच्छा, बहुत बहुत खूब, बहुत खूब, बहुत कमाल दा गीत है, बहुत 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 मुबारक। ਬਹੁਤ ਰੂਹ ਦੇ ਨਾਲ ਗਾਇਆ ਜੀ। ਅਖੀਰ ਤੇ ਮੈਂ ਡਾਕਟਰ ਸਾਹਿਬ ਜੀ ਰਸੂਲ ਹੋਰਾਂ ਨੂੰ ਬੇਨਤੀ ਡਾਕਟਰ ਕਰੂੰਗਾ। ਸਾਹਿਬ, ਡਾਕਟਰ ਦੀਪ ਤੁਸੀਂ ਇੱਕ ਕਵਿਤਾ ਸੁਣਾ ਦਿਓ ਹੁਣ। हाँ ਬਹੁਤ बिल्कुल ਦਿਨ ਹੋ बिल्कुल, ਗਏ। मैं कहने लग्या सी, सरबजीत ने कहता मैं जी। कह रहा सी, मैं तो कल भी कुलदीप ਨੂੰ ਕਹਿ ਕੇ ਹਟਿਆ ਵੀ ਕੁਲਦੀਪ ਨਜ਼ਮ ਨਾ ਛੱਡੀ, ਹੋਰ ਸਾਰੇ ਫੀਲਡਾਂ 'ਚ ਘੁੰਮ, ਪਰ ਨਜ਼ਮ ਤੇਰੀ ਕਮਾਲ ਆ, ਤੂੰ ਇਹਨੂੰ ਵੀ ਨਾਲ ਨਾਲ ਰੱਖਣਾ ਹਰ ਵਾਰ। ਜੀ ਕੁਲਦੀਪ ਜੀ, ਅੰਦਾਜ਼ ਵੀ ਇਹਦਾ ਵੱਖਰਾ ਕੁਲਦੀਪ ਦਾ ਜੀ। ਮੇਰੀ ਕਵਿਤਾ ਹੈ ਗੁਰੂ ਤੇਗ ਬਹਾਦਰ ਨੂੰ ਸਮਰਪਿਤ, ਸੀਸ ਤੇ ਸ਼ਮਲੇ। ਬਹੁਤ ਅੱਛਾ। ਇਹ ਤਾਂ ਠੀਕ ਹੈ ਕਿ ਸੀਸ ਤੇ ਸਿਰੜ ਦੀ ਖੇਡ ਤੇਰੇ ਤੋਂ ਨਹੀਂ ਸ਼ੁਰੂ ਹੋਈ ਸੀ ਬਾਬਾ। ਇਹ ਤਾਂ ਠੀਕ ਹੈ ਕਿ ਸੀਸ ਤੇ ਸਿਰੜ ਦੀ ਖੇਡ ਤੇਰੇ ਤੋਂ ਨਹੀਂ ਸ਼ੁਰੂ ਹੋਈ ਸੀ ਬਾਬਾ। ਇਹ ਵੀ ਠੀਕ ਹੈ ਕਿ ਸੀਸ ਤੇ ਸਿਰੜ ਦੀ ਇਹ ਖੇਡ ਤੇਰੇ ਤੇ ਮੁੱਕੀ ਵੀ ਨਹੀਂ। ਵਾਹ 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 ਵਾਹ। ਪਰ ਇੰਨਾ ਪਤਾ ਹੈ ਕਿ ਜਿਸਨੇ ਵੀ ਪਹਿਲੀ ਵਾਰ ਇਹ ਖੇਡ ਖੇਡੀ ਹੋਵੇਗੀ ਉਹ ਤੇਰਾ ਹੀ ਕੋਈ ਵੱਡ ਵਡੇਰਾ ਹੋਵੇਗਾ। ਵਾਹ ਜੀ। ਪਰ ਇੰਨਾ ਪਤਾ ਹੈ ਕਿ ਜਿਸਨੇ ਵੀ ਪਹਿਲੀ ਵਾਰ ਇਹ ਖੇਡ ਖੇਡੀ ਹੋਵੇਗੀ ਉਹ ਤੇਰਾ ਹੀ ਕੋਈ ਵੱਡ ਵਡੇਰਾ ਹੋਵੇਗਾ, ਤੇ ਜੋ ਵੀ ਇਸ ਤੋਂ ਬਾਅਦ ਖੇਡੇਗਾ ਉਹ ਵੀ ਤੇਰੇ ਰਾਹਾਂ ਤੇ ਤੁਰਨ ਵਾਲਾ ਕੋਈ ਪਾਂਦੀ ਹੋਵੇਗਾ। ਬਹੁਤ ਅੱਛਾ, ਬਹੁਤ ਫਲੋ ਹੈ ਤੇਰੀ ਨਜ਼ਮ ਦੇ ਵਿੱਚ। ਬਾਬਾ ਤੈਨੂੰ ਤਾਂ ਬੇਸਰਿਆਂ ਦੀ ਭੀੜ ਚੋਂ ਗੁਰੂ ਲਾਧੋਰੇ ਆਖ ਲੱਭ ਲਿਆ ਸੀ ਕਿਸੇ ਸਿਰ ਵਾਲੇ ਨੇ। ਬਾਬਾ ਤੈਨੂੰ ਤਾਂ ਬੇਸਰਿਆਂ ਦੀ ਭੀੜ ਚੋਂ ਗੁਰੂ ਲਾਧੋਰੇ ਆਖ ਲੱਭ ਲਿਆ ਸੀ ਕਿਸੇ ਸਿਰ ਵਾਲੇ ਨੇ, ਤੇ ਤੂੰ ਸਿਰੜ ਨੂੰ ਕਾਇਮ ਰੱਖਦਿਆਂ ਸਿਰ ਦੇ ਕੇ ਇਨਸਾਨੀਅਤ ਦੇ ਸਿਰ ਦਾ ਸ਼ਮਲਾ ਅਸਮਾਨ ਤੀਕ ਲੈ ਗਿਆ ਸੀ। ਬਹੁਤ ਅੱਛੇ, ਵਾਹ ਵਾਹ, ਬਹੁਤ ਅੱਛੇ, ਬਹੁਤ ਖੂਬ। ਤੇ ਤੂੰ ਸਿਰੜ ਨੂੰ ਕਾਇਮ ਰੱਖਦਿਆਂ ਸਿਰ ਦੇ ਕੇ ਇਨਸਾਨੀਅਤ ਦੇ ਸਿਰ ਦਾ ਸ਼ਮਲਾ ਅਸਮਾਨ ਤੀਕ ਲੈ ਗਿਆ ਸੀ, ਤੇ ਝਗੜਿਆਂ ਤੇ ਲੱਖ ਰੋਕਣ ਦੇ ਬਾਵਜੂਦ ਉਹ ਸਿਰ ਸਾਡੀ ਮਿੱਟੀ 'ਚ ਉੱਗ ਆਇਆ ਸੀ। ਵਾਹ 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 ਵਾਹ, ਬਹੁਤ ਪਿਆਰੀ ਨਜ਼ਮ। ਤਾਂ ਹੀ ਤਾਂ ਸਿਰਾਂ ਦੀ ਪੂਰੀ ਫਸਲ ਉੱਗੀ ਸੀ, ਪਰ ਹੌਲੀ ਹੌਲੀ ਅਸੀਂ ਸਿਰਾਂ ਨੂੰ ਭੁੱਲ ਸ਼ਮਲਿਆਂ ਨੂੰ ਸੱਚ ਮੰਨ ਬੈਠੇ। ਪਰ ਹੌਲੀ ਹੌਲੀ ਅਸੀਂ ਸਿਰਾਂ ਨੂੰ ਭੁੱਲ ਸ਼ਮਲਿਆਂ ਨੂੰ ਸੱਚ ਮੰਨ ਬੈਠੇ। ਅੱਜ ਚਿੰਤਨ ਦੀ ਬੰਜਰ ਹੋ ਚੁੱਕੀ ਭੋਏ ਵਿੱਚੋਂ ਉੱਗੇ ਅਸੀਂ ਬੇਸਿਰੇ ਤੇ ਬੇਸੁਰੇ ਆਪਣਾ ਹੀ ਰਾਗ ਵਜਾ ਰਹੇ ਹਾਂ।
ਵਾਹ 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 ਜੀ ਵਾਹ, ਕੁਲਦੀਪ ਵਾਹ ਵਾਹ ਜੀ ਵਾਹ। ਸਿਰਾਂ ਵਿੱਚੋਂ ਚਿੰਤਨ ਨੂੰ ਮਨਫੀ ਕਰ ਸਿਰਫ ਸ਼ਮਲੇ ਸਜਾ ਰਹੇ ਹਾਂ, ਇਹ ਭੁੱਲ ਕੇ ਕਿ ਮਿੱਟੀਆਂ ਚੋਂ ਸ਼ਮਲੇ ਨਹੀਂ ਸਿਰ ਉਗਦੇ ਹੁੰਦੇ ਨੇ, ਸ਼ਮਲੇ ਤਾਂ ਸਿਰਾਂ ਤੇ ਸਜਦੇ ਨੇ। ਇਹ ਭੁੱਲ ਕੇ ਕਿ ਮਿੱਟੀਆਂ ਚੋਂ ਸ਼ਮਲੇ ਨਹੀਂ ਸਿਰ ਉਗਦੇ ਹੁੰਦੇ ਨੇ, ਸ਼ਮਲੇ ਤਾਂ ਸਿਰਾਂ ਤੋਂ ਸਜਦੇ ਨੇ, ਸਿਰਾਂ ਤੋਂ ਸਖਣੇ ਸ਼ਮਲੇ ਮੁਖੌਟੇ ਹੁੰਦੇ ਹਨ, ਸਿਰਫ ਮੁਖੌਟੇ। ਬਹੁਤ ਅੱਛੇ ਬਹੁਤ ਅੱਛੇ, ਬਹੁਤ ਅੱਛੇ। ਪਿਆਰੀ ਨਜ਼ਮ ਹੈ ਜੀ, ਬਹੁਤ ਵਧੀਆ ਨਜ਼ਮ ਦੀਪ। ਵਾਹ ਕੁਲਦੀਪ ਥੈਂਕ ਯੂ। ਤੇ ਮੈਂ ਹੁਣ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਕਵਿਤਾ ਵੀ ਸੁਣਾਉਣਗੇ ਤੇ ਨਾਲ ਧੰਨਵਾਦ ਵੀ ਕਰਨਗੇ। ਬਿਲਕੁਲ ਹਾਂਜੀ, ਕੱਲ ਵੀ ਮੈਂ ਤੇ ਬਹੁਤ ਸਰਬਜੀਤ ਕੱਲ ਸ਼ੁਕਰੀਆ। ਇਕੱਠੇ ਸੀ ਅਸੀਂ। ਹਾਂਜੀ ਹਾਂਜੀ, ਕੱਲ ਵਾਲੇ ਪ੍ਰੋਗਰਾਮ 'ਚ। ਕੱਲ ਵਾਲੇ ਪ੍ਰੋਗਰਾਮ 'ਚ ਜੀ। ਛੋਟੀ ਜਿਹੀ ਨਜ਼ਮ ਹੈ। ਹਾਂ ਅਟਕੇ ਪਲ। ਦਿਨ ਤੇ ਰਾਤ ਵਿਚਾਲੇ, ਦਿਨ ਤੇ ਰਾਤ ਵਿਚਾਲੇ ਅਟਕੇ ਜਿਹੇ ਪਲਾਂ ਤੇ ਊਂਘਦੇ ਤਾਰਿਆਂ ਹੇਠ ਰੁਮਕਦੀ ਪੌਣ ਬੱਚੇ ਨੂੰ ਲੋਰੀ ਸੁਣਾਉਂਦੀ। ਦਿਨ ਤੇ ਰਾਤ ਵਿਚਾਲੇ ਅਟਕੇ ਜਿਹੇ ਪਲਾਂ ਤੇ ਊਂਘਦੇ ਤਾਰਿਆਂ ਹੇਠ ਰੁਮਕਦੀ ਪੌਣ ਬੱਚੇ ਨੂੰ ਲੋਰੀ ਸੁਣਾਉਂਦੀ। ਕੋਝੀ ਮਗਰ ਮੱਛ ਤਾਂ ਹੰਡਾਉਂਦਾ, ਮਗਰ ਮੱਛ ਤਾਂ ਹੰਡਾਉਂਦਾ, ਭੁੱਖ ਦਾ ਸਵਾਲ ਮੇਰੀ ਸਿਆਹੀ ਦੀ ਦਵਾਤ ਵਿੱਚ ਅਸੀਲਿਆ ਜਾਂਦਾ। ਉਦੋਂ ਹੀ ਜੀ, ਉਦੋਂ ਹੀ ਕਲਮ ਦੀ ਨੋਕ ਤੇ ਬੈਠੀ ਤਿਤਲੀ ਫੁੱਲਾਂ ਤੇ ਕਵਿਤਾ ਦੇ ਰੰਗ ਜਚਾਉਂਦੀ, ਮੁਸਕਰਾਉਂਦੀ, ਦਿਨ ਤੇ ਰਾਤ ਵਿਚਾਲੇ ਅਟਕੇ ਜਿਹੇ ਪਲਾਂ ਤੇ। ਬਹੁਤ ਅੱਛੇ, ਬਹੁਤ ਬੜਾ ਅੱਛਾ ਬਹੁਤ ਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਹੁਣ ਧੰਨਵਾਦ ਵੀ ਕਰ ਦੋ ਮੈਮ ਨਾਲ ਲਈ। ਮੈਨੂੰ ਜਿੰਨੇ ਕਮੈਂਟਸ ਮੈਂ ਨਾਲ ਦੂਸਰੇ ਫੋਨ ਤੇ ਵੇਖ ਰਹੀ ਹੁੰਦੀ ਆ, ਮੈਂ ਲਿਖਣ ਚ ਮਸਰੂਫ ਹੁੰਦੀ ਆ ਤੇ ਬਹੁਤ ਸਾਰੇ ਕਮੈਂਟਸ ਆਇਆ ਔਰ ਸਭ ਨੇ ਇਸ ਪ੍ਰੋਗਰਾਮ ਦੀ ਇਸ ਕਰਕੇ ਸਰਾਹਨਾ ਕੀਤੀ ਹੈ ਕਿ ਤੁਸੀਂ ਸਾਰੇ ਇਹਦੇ ਨਾਲ ਜੁੜੇ ਹੋਏ ਹੋ। ਔਰ ਬਿਲਕੁਲ ਮਤਲਬ ਮੈਨੂੰ ਲੱਗਦਾ ਕਿ ਜੇ ਇਹ ਪ੍ਰੋਗਰਾਮ ਅਸੀਂ ਅਕੈਡਮੀ ਵੱਲੋਂ ਕਿਸੇ ਮੰਚ ਤੇ ਕਰਦੇ ਤਾਂ ਸ਼ਾਇਦ ਇੰਨੇ ਜਾਣੇ ਵੀ ਸੁਣਦੇ ਨਾ ਤੇ ਅਸੀਂ ਏਦਾਂ ਇਕੱਠੇ ਵੀ ਨਾ ਹੋ ਪਾਉਂਦੇ। ਉਹਦੇ ਲਈ ਖੇਚਲ ਵੀ ਹੋਣੀ ਸੀ, ਸਮਾਂ ਵੀ ਬਹੁਤ ਲੱਗਣਾ ਸੀ। ਤੇ ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਖਿੜਕੀ ਨਾਲ ਬੜਾ ਮੋਹ ਪਾ ਲਿਆ ਹੈ। ਹੁਣ ਰੋਜ਼ ਇਹ ਖਿੜਕੀ ਖੁੱਲ੍ਹਣ ਦੀ ਉਡੀਕ ਕਰਦੇ ਹਾਂ ਅਸੀਂ। ਸੋ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸੋਹਣੀਆਂ ਨਜ਼ਮਾਂ ਜਿਹੜੀਆਂ ਉਹ ਸੁਣਾਈਆਂ ਗਈਆਂ। ਮੈਂ ਧੰਨਵਾਦ ਕਰਦੀ ਹਾਂ ਸਾਰੇ ਹੀ ਸਾਡੇ ਮਾਨਯੋਗ ਸਹਿਯੋਗੀਆਂ ਦਾ, ਕਵੀ ਜਨਾਂ ਦਾ, ਦਰਸ਼ਨ ਬੁੱਟਰ ਜੀ, ਡਾਕਟਰ ਵਨੀਤਾ ਜੀ, ਕ੍ਰਿਸ਼ਨ ਪਨੋਟ ਜੀ, ਬਰਜਿੰਦਰ ਚੌਹਾਨ ਜੀ, ਪਰਮਜੀਤ ਦਿਓਲ ਜੀ, ਸਤੀਸ਼ ਗੁਲਾਟੀ ਜੀ, ਕੇਹਰ ਸ਼ਰੀਫ ਜੀ ਤੇ ਤਰਸਪਾਲ ਕੌਰ। ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ। ਮੇਰੀ ਆਵਾਜ਼ ਆ ਰਹੀ ਹੈ ਜੀ? ਠੀਕ ਹੈ ਜੀ ਹਾਂਜੀ ਹਾਂਜੀ, ਬਿਲਕੁਲ ਜੀ। 16 ਗਰੁੱਪ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਇਹ ਲਾਈਵ ਬ੍ਰੌਡਕਾਸਟ ਕੀਤਾ ਹੈ। ਔਰ ਅੱਜ ਸਾਡੇ ਨਾਲ ਬਹੁਤ ਸਾਰੇ ਅਦੀਬ ਨੇ ਜਿਹੜੇ ਦਰਸ਼ਕ, ਦਵਿੰਦਰਪਾਲ ਗੁਰਾਇਆ, ਰਵਿੰਦਰ ਸਿੰਘ ਸਹਿਰਾ, ਜਸਪਾਲ ਘਈ, ਕੈਲਾਸ਼ ਠਾਕੁਰ, ਸਤਿੰਦਰ ਕੌਰ ਕਾਲੋਂ, ਡਾਕਟਰ ਦਵਿੰਦਰ ਕੌਰ ਕਾਲੋਂ, ਦੀਪ ਸੰਧੂ, ਮਿੰਨਾ ਸ਼ਰਮਾ, ਹਰਮਿੰਦਰ ਸਿੰਘ, ਡਾਕਟਰ ਗਗਨਦੀਪ ਕੌਰ ਦਿੱਲੀ ਤੋਂ, ਜਤਿੰਦਰ ਸਿੰਘ ਸਿੱਧੂ, ਪੁਸ਼ਪਿੰਦਰ ਜੋਸਨ, ਸੁਖਦਰਸ਼ਨ ਕੌਰ, ਹਰਦੀਪ ਮਹਾਲੋਂ, ਇਹ ਅਮਰੀਕਾ ਤੋਂ ਨੇ, ਸਤਪਾਲ ਭੀਖੀ, ਸੁਰਿੰਦਰ ਸਿੱਧਕ ਆਸਟ੍ਰੇਲੀਆ ਤੋਂ, ਪ੍ਰਭਜੋਤ ਢਿੱਲੋਂ, ਗੁਰਵਿੰਦਰ ਸਿੰਘ ਅਮਨ, ਵਿਸ਼ਾਲ ਬਿਆਸ ਤੋਂ, ਕੁਲਦੀਪ ਸਿੰਘ ਬੇਦੀ, ਜਸਵੀਰ ਝੱਜ, ਜਸਕਮਲ ਬਰਾੜ, ਇਹ ਕੈਨੇਡਾ ਨੇ, ਪ੍ਰੀਤਮ ਸਿੰਘ ਢਿੱਲੋਂ, ਡਾਕਟਰ ਜਸ ਮਲਕੀਤ, ਇਹ ਵੀ ਕੈਨੇਡਾ, ਅਮਰਿੰਦਰ ਵਿਰਕ, ਬਮਲਜੀਤ ਕੌਰ ਮਾਨ, ਪਾਲੀ ਭੁਪਿੰਦਰ ਸਿੰਘ, ਦੀਪ ਮਨਦੀਪ, ਸੁਨੀਤਾ ਸ਼ਰਮਾ, ਕੈਲਾਸ਼ ਠਾਕੁਰ, ਹਰਸਿਮਰਨ ਕੌਰ, ਡਾਕਟਰ ਦਲਜੀਤ ਕੌਰ, ਅਮਨ ਸੀ ਸਿੰਘ, ਸਹਿਜਪ੍ਰੀਤ ਮੰਗਟ, ਪ੍ਰਿੰਸੀਪਲ ਭੁਪਿੰਦਰ ਜੀ। ਬਹੁਤ ਸੋਹਣੇ ਸੋਹਣੇ ਕਮੈਂਟਸ ਸਾਰਿਆਂ ਦੀਆਂ ਕਵਿਤਾਵਾਂ ਤੇ ਇਹ ਦੇ ਰਹੇ ਸੀ। ਗੁਰਵਿੰਦਰ ਸਿੰਘ ਚਾਹਲ, ਜਸਬੀਰ ਕੌਰ, ਮਨਪ੍ਰੀਤ, ਹਰਜੀਤ ਕੌਰ ਬਮਰਾ, ਗੁਰਵਿੰਦਰ ਸਿੰਘ ਅਮਨ, ਜਗਦੀਸ਼ ਸਚਦੇਵਾ ਨਾਟਕਕਾਰ, ਅਨੀਲਾ ਚੌਹਾਨ, ਨਵਦੀਪ ਮੁੰਡੇ, ਰਜਿੰਦਰ ਕੌਰ, ਨਗਿੰਦਰ ਬੀ ਢਿੱਲੋਂ, ਗੁਰਜੀਤ ਅਜਨਾਲਾ, ਸੁਰਿੰਦਰ ਕੌਰ ਖਹਿਰਾ, ਨਰਿੰਦਰਪਾਲ ਕੰਗ, ਜਸਪਾਲ ਘਈ, ਰਾਮ ਸਿੰਘ ਸਰਾਂ, ਬਲਵਿੰਦਰ ਸਿੰਘ ਸੰਧੂ, ਪਿਆਰਾ ਸਿੰਘ ਗੁਰਨੇ,
ਡਾਕਟਰ ਰਣਦੀਪ ਕੌਰ, ਸੁਖਮਨ ਸਿੰਘ, ਨਰਿੰਦਰ ਸਿੰਘ ਚੱਕਲ, यूपी, ਰਘਬੀਰ ਸਿੰਘ ਮਾਨ, ਇਹ ਅਸਿਸਟੈਂਟ ਡਾਇਰੈਕਟਰ ਨੇ ਮਾਨਸਾ, ਧਰਮ ਕਮਿਆਣਾ, ਜੀਵਨ ਸਿੰਘ, ਰੇਖਾ ਰਾਣੀ, ਗੁਰਜੰਟ ਸਿੰਘ, ਰਾਜਕੁਮਾਰ ਹੰਸ, ਰਾਮ ਸਿੰਘ, ਨਵਪ੍ਰੀਤ ਕੌਰ, ਜਗਪਾਲ ਚਾਹਲ, ਕਮਲਜੀਤ ਬੰਗਾ, ਕੁਲਦੀਪ ਸਿੰਘ ਬੇਦੀ, ਹਰਜਾਪ ਸਿੰਘ ਔਜਲਾ। ਇਹਨਾਂ ਨੇ ਵੀ ਬਹੁਤ ਆਨੰਦ ਮਾਣਿਆ, ਬਹੁਤ ਸੋਹਣੇ ਸੋਹਣੇ ਕਮੈਂਟਸ ਨਾਲ ਨਾਲ ਦਿੱਤੇ ਨੇ। ਗੁਰਵਿੰਦਰ ਸਿੰਘ ਚਾਹਲ, ਸਵਰਨਜੀਤ ਸਵੀ, ਆਨੰਦ ਪ੍ਰਜਾਪਤੀ, ਭੁਪਿੰਦਰ ਚਾਹਲ, ਸ਼ਿਵਨਾਥ ਦਰਦੀ, ਰਣਜੀਤ ਕੌਰ ਬਾਜਵਾ ਹਰ ਰੋਜ਼ ਜੁੜਦੇ ਨੇ। ਪ੍ਰੋਫੈਸਰ ਭੁਪਿੰਦਰ ਪਾਲ ਬਖਸ਼ੀ ਦਿੱਲੀ ਤੋਂ ਨੇ, ਦੈਨ ਗੁਰਜੰਟ ਸਿੰਘ ਤੇ ਬਮਲਜੀਤ ਮਾਨ। ਸੋ ਅੱਜ ਬਹੁਤ ਸਾਰੇ ਮੁਹੱਬਤੀ ਮਿੱਤਰ ਸਾਡੇ ਨਾਲ ਜੁੜੇ ਰਹੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਤੁਸੀਂ ਉਹ ਨਾਲ ਦੇ ਨਾਲ ਪ੍ਰੋਗਰਾਮ ਦੇ ਵਿੱਚ ਉਹ ਤੁਹਾਡੇ ਦਿਲ ਆਉਂਦੇ ਨੇ ਤੇ ਨਾਲ ਅੰਗੂਠਾ ਆਉਂਦਾ ਆ ਤੇ ਅਸੀਂ ਤਾਂ ਬਾਗੋ ਬਾਗ ਹੋ ਜਾਂਦੇ ਆ। ਸੋ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਵੱਲ ਰਸਤੇ ਜਿਹੜੇ ਆ ਉਹ ਬਣਾਉਂਦੇ ਰਹੀਏ, ਪਿਆਰ ਨਾਲ, ਮੁਹੱਬਤ ਨਾਲ ਇਹ ਔਖਾ ਸਮਾਂ ਵੀ ਕੱਟ ਲਈਏ। ਸੋ ਅੱਜ ਆਏ ਹੋਏ ਸਾਰੇ ਹੀ ਸ਼ਾਇਰਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਮਿਲਦੇ ਰਹੀਏ ਫਿਰ ਇਸੇ ਤਰ੍ਹਾਂ। ਮੈਨੂੰ ਲੱਗਦਾ ਹੈ ਕਿ ਮੁਸ਼ਾਇਰਾ ਤਾਂ ਛੇਤੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਵੱਲੋਂ ਤੁਹਾਡਾ ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁੱਟਰ ਸਾਹਿਬ, ਵਨੀਤਾ ਮੈਮ, ਕ੍ਰਿਸ਼ਨ ਭਨੋਟ ਜੀ, ਵਰਜਿੰਦਰ ਚੌਹਾਨ ਜੀ, ਪਰਮਜੀਤ ਦਿਓਲ ਮੈਮ, ਸਤੀਸ਼ ਗੁਲਾਟੀ ਜੀ, ਕੇਰ ਸ਼ਰੀਫ ਜੀ, ਤਰਸਪਾਲ ਕੌਰ ਮੈਮ ਤੇ ਬਾਕੀ ਸਾਰੇ ਲੋਕ ਜਿਹੜੇ ਇਸ ਜ਼ੂਮ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ। ਤੇ ਕੱਲ ਅਸੀਂ ਇਸੇ ਸਮੇਂ ਮਿਲਾਂਗੇ ਅਜੈਬ ਸਿੰਘ ਚੱਠਾ ਹੋਰਾਂ ਨੂੰ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਉਹਨਾਂ ਦੇ ਨਾਲ ਇੱਕ ਨਵੇਂ ਸ਼ਾਇਰ ਅੰਮ੍ਰਿਤਸਰ ਤੋਂ, ਰਾਜਾ ਸੰਸੀ ਤੋਂ ਗੁਰਬਾਜ ਸਿੰਘ ਸ਼ੀਨਾ, ਉਹਨਾਂ ਦੀਆਂ ਕਵਿਤਾਵਾਂ ਸੁਣਾਂਗੇ ਸਿਰਜਣਾ ਦੇ ਪਲਾਂ ਦੇ ਰੂਪ ਦੇ ਵਿੱਚ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਸਾਡੇ ਸ਼ਹਿਰਾਂ ਨੂੰ, ਕਿ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਰੈਗੂਲਰਲੀ ਜੁੜੋ। ਬਹੁਤ ਸਾਰੇ ਦੋਸਤ ਲਗਾਤਾਰ ਜੁੜਦੇ ਨੇ ਤੇ ਆਪਾਂ ਅਗਲੇ ਦਿਨਾਂ ਦੇ ਵਿੱਚ ਬਹੁਤ ਵੈਰਾਈਟੀ ਜਿਹੜੇ ਪ੍ਰੋਗਰਾਮ ਨੇ ਉਹ ਕਰਨੇ ਨੇ, ਅਲੱਗ-ਅਲੱਗ ਮਸਲਿਆਂ ਤੇ ਚਿੰਤਨ ਕਰਨਾ ਹੈ। ਅਗਲੇ ਐਤਵਾਰ ਫੇਰ ਸ਼ਹਿਰਾਂ ਦੀ ਮਹਿਫਲ ਕਰਨੀ ਹੈ। ਸੋ ਜੁੜੇ ਰਹੋ ਦੋਸਤੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਅੱਛਾ।